ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਦੋਹਰਾ। ਸੁਨ ਜਨਨੀ ਮਮ ਬਚਨ ਕਾ ਅਬਲਾ ਹਿਰਦਾ ਉਦਾਸ। ਦੇਸ਼ ਵਿਦੇਸ਼ ਬਿਲੋਕ ਕੈ ਬਹਰ ਆਏ ਅਵਾਸ। ਸੁਨ ਜਨਨੀ ਮਮ ਬਚਨ ਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਹਾਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦਾ ਸਦਕਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਆਪ ਨਿਤਾ ਪ੍ਰਤੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਜਦੋਂ 12 ਸਾਲਾਂ ਬਾਅਦ ਤਲਵੰਡੀ ਨਗਰ ਦੇ ਵਿੱਚ ਆਪਣੇ ਚਰਨ ਪਾਏ, ਸਤਿਗੁਰੂ ਜੀ ਨਗਰ ਤੋਂ ਬਾਹਰ ਹੀ ਬੈਠ ਗਏ। ਮਾਤਾ ਪਿਤਾ ਆਏ ਨੇ। ਮਾਤਾ ਪਿਤਾ ਪ੍ਰਤ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਆ। ਉਹ 2 ਸ਼ਬਦਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ ਰਹੇ ਨੇ, ਤੋਂ ਪਹਿਲੇ ਸਮੇਂ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਮਾਤਾ ਪਿਤਾ ਦੇ ਉੱਪਰ ਮੋਹ ਦੀ ਕਨਾਤ ਹੀ ਤਾਣੀ ਰੱਖੀ, ਮੋਹ ਦਾ ਪਰਦਾ ਪਾਈ ਰੱਖਿਆ। ਪਰ ਹੁਣ ਸਤਿਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਉਪਦੇਸ਼ ਦੇ ਕੇ ਗਿਆਨ ਕਰਵਾਉਣਗੇ। ਅੱਗੇ ਜਿਵੇਂ ਬੜੇ ਸੁੰਦਰ ਪ੍ਰਸੰਗ ਆ ਰਹੇ ਨੇ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਅਤੇ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਦੋਹਰਾ। ਸੁਨ ਜਨਨੀ ਮਮ ਬਚਨ ਕਾ ਅਬਲਾ ਹਿਰਦਾ ਉਦਾਸ। ਮਾਤਾ ਜੀ ਨੇ ਬੇਨਤੀ ਕੀਤੀ ਕਿ ਪੁੱਤਰ ਜੀਓ, ਮੇਰੇ ਬਚਨ ਧਿਆਨ ਦੇ ਸਹਿਤ ਸੁਣੋ। ਬੜੇ ਲੰਮਾ ਸਮਾਂ ਤੁਸੀਂ ਬਾਹਰ ਦੇਸ਼ ਵਿਦੇਸ਼ਾਂ ਦੇ ਵਿੱਚ ਤੁਰ ਫਿਰ ਆਏ ਹੋ, ਪਰ ਤੁਹਾਡਾ ਹਿਰਦਾ ਹੁਣ ਤੱਕ ਉਦਾਸ ਹੀ ਹੈ। ਮੇਰੇ ਬਚਨ ਧਿਆਨ ਦੇ ਸਹਿਤ ਸੁਣੋ। ਸਤਿਗੁਰੂ ਜੀ ਨੂੰ ਬਚਨ ਕਹੇ ਨੇ ਮਾਤਾ ਤ੍ਰਿਪਤਾ ਜੀ ਨੇ। ਦੇਸ਼ ਵਿਦੇਸ਼ ਬਿਲੋਕ ਕੈ ਬਹਰ ਆਏ ਅਵਾਸ। ਦੇਸ਼ ਵਿਦੇਸ਼ਾਂ ਨੂੰ ਦੇਖ ਕੇ ਤੇ ਹੁਣ 12 ਸਾਲਾਂ ਬਾਅਦ ਤੁਸੀਂ ਘਰ ਦੇ ਵਿੱਚ ਆਏ ਹੋ। ਪਹਿਲਾਂ ਵੀ ਕਈ ਸਾਲ ਬਾਹਰ ਹੀ ਬਿਤਾਏ, ਤੇ ਹੁਣ ਜਦੋਂ ਤੁਸੀਂ ਗਏ ਸੀ ਨਾ, ਇੰਨੇ ਲੰਮੇ ਸਮੇਂ ਤੋਂ ਬਾਅਦ ਆਏ ਹੋ ਘਰ ਦੇ ਵਿੱਚ। ਚੌਪਈ ਹੈ ਸੁਤ ਤੈ ਅਸਬੈਨ ਉਚਾਰੇ। ਸਤਿਗੁਰੂ ਜੀ ਨੂੰ ਮਾਤਾ ਜੀ ਬਚਨ ਕਹਿਣ ਲੱਗੇ ਕਿ ਪੁੱਤਰ ਜੀਓ, ਆਪ ਜੀ ਨੇ ਐਸੇ ਬਚਨ ਉਚਾਰਨ ਕੀਤੇ ਨੇ, ਹਿਰਦੈ ਸ਼ਾਂਤ ਕਿਉ ਆਵ ਹਮਾਰੇ। ਤੁਹਾਨੂੰ ਦੇਖੇ ਤੋਂ ਬਿਨਾ ਸਾਡੇ ਹਿਰਦੇ ਦੇ ਵਿੱਚ ਸ਼ਾਂਤੀ ਕਿਵੇਂ ਆਵੇਗੀ। ਅਸੀਂ ਜੋ ਵੀ ਕਿਹਾ ਹੈ ਨਾ ਤੁਹਾਨੂੰ, ਜੇ ਵਸਤਰ ਲਿਆਂਦੇ ਨੇ, ਸੁੰਦਰ ਭੋਜਨ ਲਿਆਂਦਾ, ਘਰ ਵਿੱਚ ਵਾਸਾ ਕਰਨ ਵਾਸਤੇ ਬਚਨ ਕਹੇ ਨੇ, ਤੇ ਕੋਈ ਵੀ ਬਚਨ ਸਾਡਾ ਮੰਨਿਆ ਨਹੀਂ, ਸਗੋਂ ਤੁਸੀਂ ਹੋਰ ਹੀ ਵੈਰਾਗ ਦੇ ਸਹਿਤ ਬਚਨ ਕਰਦੇ ਰਹੇ ਹੋ ਸਾਡੇ ਨਾਲ। ਦੁਆਦਸ਼ ਬਰਖ ਬਤੀਤੇ ਆਏ। ਹਾਂਜੀ, ਦੁਆਦਸ 10 ਤੇ 2 12 ਸਾਲ ਤੁਹਾਨੂੰ ਬੀਤ ਗਏ ਨੇ ਬਾਹਰ ਫਿਰਦਿਆਂ ਹੋਇਆਂ ਹੀ। ਇੰਨੇ ਲੰਮੇ ਸਮੇਂ ਤੋਂ ਬਾਅਦ ਆਏ ਹੋ। ਪ੍ਰਵਿਸ਼ੇ ਸਦਨ ਨ ਪਗ ਇਕ ਪਾਏ। ਤੋ ਘਰ ਦੇ ਵਿੱਚ ਪ੍ਰਵੇਸ਼ ਨਹੀਂ ਹੋਏ, ਘਰ ਦੇ ਵਿੱਚ ਚਰਨ ਵੀ ਨਹੀਂ ਰੱਖਿਆ, ਚਰਨ ਪਾਏ ਨਹੀਂ ਘਰ ਦੇ ਵਿੱਚ। ਬਹਿਰ ਤੇ ਬਹਿਰ ਕਰ ਤੁਮ ਪਿਆਨਾ। ਬਾਹਰ ਤੋਂ ਬਾਹਰ ਹੀ ਤੁਸੀਂ ਫੇਰ ਦੁਬਾਰਾ ਚਾਲੇ ਪਾਉਣਾ ਚਾਹੁੰਦੇ ਹੋ। ਹਮਰੋ ਕਹਿਓ ਨਾ ਇੱਕ ਮਨ ਮਾਨਾ। ਸਾਡੇ ਕਹੇ ਹੋਏ ਬਚਨ ਇੱਕ ਵੀ ਮਨ ਦੇ ਵਿੱਚ ਮੰਨਿਆ ਨਹੀਂ।
ਨਹੀਂ ਹੈ। ਕਿਹ ਦੁਖ ਤੇ ਮਨ ਕੀਨ ਉਦਾਸੂ, ਕਿਹੜੇ ਦੁੱਖ ਕਰਕੇ ਮਨ ਨੂੰ ਉਦਾਸ ਕੀਤਾ ਹੈ ਆਪ ਜੀ ਨੇ? ਜਿਉ ਤੁਮ ਕਹਾ ਕਰੈ ਤਿਮ ਆਸੂ, ਹਾਂਜੀ, ਜਿਵੇਂ ਤੁਸੀਂ ਕਹੋਗੇ ਨਾ ਉਸੇ ਹੀ ਤਰ੍ਹਾਂ ਕਰਾਂਗੇ ਅਸੀਂ। ਨਿਜ ਇਸਤਰੀ ਕੋ ਜੇ ਦੁਖ ਮਾਨਾ, ਜੇ ਤੂੰ ਆਪਣੇ ਘਰ ਵਾਲੀ ਇਸਤਰੀ ਦਾ ਦੁੱਖ ਮੰਨਦਾ ਹੈ ਔਰ ਵਿਆਹ ਕਰ ਦੇ ਹੈ ਬਖਾਨਾ, ਤੋ ਮਾਤਾ ਪਿਤਾ ਜੀ ਕਹਿੰਦੇ ਨੇ ਕਿ ਪੁੱਤਰ ਤੁਹਾਡਾ ਹੋਰ ਵਿਆਹ ਕਰ ਦੇਵਾਂਗੇ, ਕਿਉਂਕਿ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਧਨ ਦੌਲਤ ਦੀ ਜੋ ਸੰਸਾਰਕ ਪਦਾਰਥਾਂ ਦੀ ਕਮੀ ਨਹੀਂ ਹੈ। ਸਭ ਕਿਛ ਘਰ ਮਹਿ ਦੀਨ ਵਿਧਾਤਾ, ਵਿਧਾਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਘਰ ਦੇ ਵਿੱਚ ਦਿੱਤਾ ਹੈ ਸਭ ਕੁਝ। ਜਿਉ ਤੁਮ ਚਾਹੋ ਕਰਹਿ ਤਿਉ ਤਾਤਾ, ਹੇ ਪੁੱਤਰ ਜੀਓ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ। ਸ੍ਰੀ ਨਾਨਕ ਸੁਨ ਬੈਨ ਉਚਾਰੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਪਿਤਾ ਜੀ ਦੇ ਬਚਨ ਸੁਣ ਕੇ ਤੇ ਸੁਭਾਈਮਾਨ ਮੁਖਾਰਬਿੰਦ ਤੋਂ ਐਸੇ ਬਚਨ ਉਚਾਰਨ ਕੀਤੇ ਨੇ। ਜੋ ਸੰਜੋਗ ਲਿਖਾ ਕਰ ਤਾਰੇ, ਹਾਂਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਮਾਤਾ ਜੀਓ ਪਿਤਾ ਜੀਓ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਜੋ ਸਾਡਾ ਸੰਜੋਗ ਲਿਖਿਆ ਸੀ ਸੋਈ ਭਲਾ ਨਾ ਚਾਹੋ ਔਰੀ, ਸੋ ਉਹ ਹੀ ਭਲਾ ਹੈ, ਹੋਰ ਵਿਆਹ ਨਹੀਂ ਅਸੀਂ ਕਰਨਾ ਚਾਹੁੰਦੇ। ਜਿਹੇ ਰਾਖੇ ਰਹੇ ਹਾਂ ਤੇ ਠੌਰੀ, ਜਿਸ ਥਾਂ ਤੇ ਪ੍ਰਮਾਤਮਾ ਸਾਨੂੰ ਰੱਖਦਾ ਹੈ ਨਾ ਉੱਥੇ ਹੀ ਰਹਿੰਦੇ ਹਾਂ। ਰਹਿਨ ਜਾਨ ਹਮਰੇ ਕਰ ਨਾਹੀ, ਘਰ ਦੇ ਵਿੱਚ ਰਹਿਣਾ ਤੇ ਜਾਣਾ ਇਹ ਸਾਡੇ ਹੱਥ ਦੇ ਵਿੱਚ ਨਹੀਂ ਹੈ। ਜਿੱਥੇ ਪਰਮੇਸ਼ਰ ਭੇਜਦਾ ਹੈ ਨਾ ਉੱਥੇ ਹੀ ਜਾਂਦੇ ਹਾਂ। ਸ੍ਰੀ ਕਰਤਾਰ ਅਧੀਨੰ ਆਹੀ, ਸਤਿਗੁਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅਧੀਨ ਹਾਂ। ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੋ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ ਉਹਦੇ ਅਧੀਨ ਹਾਂ ਅਸੀਂ। ਸਾਰੀ ਸ੍ਰਿਸ਼ਟੀ ਦੇ ਜੀਵ ਉਹ ਪ੍ਰਮਾਤਮਾ ਦੇ ਅਧੀਨ ਨੇ। ਉਹਦੇ ਹੁਕਮ ਦੇ ਅਨੁਸਾਰ ਹੀ ਸਾਰੇ ਜੀਵ ਚੱਲਦੇ ਫਿਰਦੇ ਕੰਮ ਧੰਦੇ ਕਰਦੇ ਕਾਰੋਬਾਰ ਕਰਦੇ ਨੇ। ਜਿਹੇ ਚਾਹਤ ਸੋ ਤਹਾਂ ਪਠਾਵੈ, ਜਿੱਥੇ ਪ੍ਰਮਾਤਮਾ ਚਾਹੁੰਦਾ ਹੈ ਨਾ ਇਹ ਜੀਵ ਨੂੰ ਉੱਥੇ ਭੇਜਦਾ ਹੈ। ਅਸੀਂ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹਾਂ। ਜਿੱਥੇ ਪ੍ਰਮਾਤਮਾ ਦਾ ਹੁਕਮ ਹੁੰਦਾ ਉਧਰ ਨੂੰ ਹੀ ਅਸੀਂ ਚਾਲੇ ਪਾ ਦਿੰਦੇ ਹਾਂ। ਜਿਸ ਬਿਨ ਏਕੋ ਬੋਲ ਨ ਆਵੈ, ਜਿਸ ਪ੍ਰਮਾਤਮਾ ਤੋਂ ਬਿਨਾ ਇੱਕ ਬੋਲ ਵੀ ਨਹੀਂ ਆਉਂਦਾ। ਸੰਸਾਰਕ ਕਹਾਵਤ ਹੈ ਕਿ ਪ੍ਰਮਾਤਮਾ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ। ਹਿਤ ਕਰ ਕਾਲੂ ਕਹਿ ਸੁਨ ਤਾਤਾ, ਬਾਬਾ ਕਲਿਆਣ ਚੰਦ ਜੀ ਬਹੁਤਾ ਜ਼ਿਆਦਾ ਪ੍ਰੇਮ ਕਰਕੇ ਕਹਿਣ ਲੱਗੇ ਕਿ ਪੁੱਤਰ ਜੀਓ ਛੱਡ ਅਵਾਈਆਂ ਕਰਹਿ ਜੋ ਬਾਤਾਂ, ਜਿਹੜੀਆਂ ਅਵਾਈਆਂ ਐਵੇਂ ਹਵਾ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਇਹ ਛੱਡ ਦੇਣਾ ਕਰੋ। ਵੇਖ ਫਕੀਰੀ ਤਨ ਤੇ ਤਿਆਗੋ, ਜਿਹੜਾ ਫਕੀਰਾਂ ਵਾਲਾ ਲਿਬਾਸ ਤਨ ਦੇ ਉੱਪਰ ਧਾਰਨ ਕੀਤਾ ਹੋਇਆ ਇਹ ਤਿਆਗ ਦੇਣਾ ਕਰੋ, ਇਹ ਛੱਡ ਦਿਓ ਜੀ। ਸਦਨ ਕ੍ਰਿਤ ਮਹਿਮਨ ਅਨੁਰਾਗੋ, ਘਰ ਦਾ ਜਿਹੜਾ ਕੰਮ ਹੈ ਨਾ ਘਰ ਦੇ ਕਾਰੋਬਾਰ ਦੇ ਵਿੱਚ ਮਨ ਨੂੰ ਪ੍ਰੇਮੀ ਬਣਾਓ। ਕਹਿਣ ਤੋਂ ਭਾਵ ਕਿ ਘਰ ਦਾ ਕਾਰੋਬਾਰ ਬੜੇ ਪ੍ਰੇਮ ਦੇ ਸਹਿਤ ਕਰੋ, ਜਿਵੇਂ ਹੋਰ ਬੇਦੀ ਕੁਲ ਦੇ ਜਿਹੜੇ ਬੱਚੇ ਉਹ ਕਰਦੇ ਨੇ। ਜਬ ਕੇ ਵਿਛੜੇ ਮਿਲ ਕੇ ਅਬੈ, ਹਾਂਜੀ, ਕਿੰਨੇ ਚਿਰ ਦੇ ਵਿਛੜੇ ਹੋਏ ਹੁਣ ਮਿਲੇ ਆ ਤੇ ਹੁਣ ਜੇ ਵਿਛੜੇ ਤੇ ਫੇਰ ਪਤਾ ਨਹੀਂ ਕਦੋਂ ਮਿਲਾਪ ਹੋਵੇਗਾ ਜਾਂ ਨਾ ਹੋਵੇਗਾ। ਆਪ ਵਿਛੜੋਗੇ ਮਿਲ ਨਾ ਕਬੈ, ਤੇ ਹੁਣ ਜਦੋਂ ਤੁਸੀਂ ਵਿਛੜੋਗੇ ਫੇਰ ਪਤਾ ਨਹੀਂ ਕਦੋਂ ਮਿਲਾਪ ਹੋਵੇਗਾ ਤੁਹਾਡੇ ਨਾਲ। ਮੇਲਾ ਹੋਏ ਕੇ ਬਹਰੋ ਨਾਹੀ, ਮਿਲਾਪ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਕੋਈ ਨਹੀਂ ਜਾਣਦਾ। ਬ੍ਰਿਧ ਭਏ ਬਲ ਨਹਿ ਤਨ ਮਾਹੀ, ਪਿਤਾ ਜੀ ਕਹਿਣ ਲੱਗੇ ਕਿ ਪੁੱਤਰ ਜੀਓ ਅਸੀਂ ਬਿਰਧ ਹੋ ਗਏ ਹਾਂ, ਤਨ ਦੇ ਵਿੱਚ ਬਲ ਨਹੀਂ ਰਿਹਾ, ਹੁਣ ਬਹੁਤ ਜ਼ਿਆਦਾ ਕਮਜ਼ੋਰ ਹੈ ਤਨ। ਬੈਸ ਬਤੀਤ ਗਈ ਮਮ ਸਾਰੀ, ਤੁਹਾਡੀ ਉਡੀਕ ਕਰਦਿਆਂ ਹੋਇਆਂ ਸਾਡੀ ਸਾਰੀ ਉਮਰ ਪੂਰੀ ਹੋ ਗਈ ਹੈ। ਜਰਾ ਗਰਾਸ ਲੀਏ ਦੇਹ ਹਮਾਰੀ, ਬੁਢੇਪੇ ਨੇ ਸਾਡੀ ਦੇਹੀ ਨੂੰ ਗਰਸ ਲਿਆ ਹੈ। ਕਹਿਣ ਤੋਂ ਭਾਵ ਕਿ ਬੁਢੇਪੇ ਦਾ ਕਰਕੇ ਤਾਨੇ ਜਿਹੜਾ ਇਹ ਕਮਜ਼ੋਰ ਹੋ ਗਿਆ। ਅੰਤ ਸਮਾ ਅਬ ਭਇਓ ਸਮੀਪਾ, ਹੁਣ ਸਾਡਾ ਅੰਤ ਸਮਾਂ ਨੇੜੇ ਆ ਗਿਆ ਹੈ। ਸੁਨ ਬੋਲੇ ਬੇਦੀ ਕੁਲ ਦੀਪਾ, ਤੋ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ ਨੇ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ
ਸ਼ਬਦ ਉਚਾਰਨ ਕਰਦੇ ਨੇ। ਪਿਛੋ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਕਹਿਣ ਲੱਗੇ ਕਿ ਪਿਤਾ ਜੀਓ ਇਹ ਜੋ ਬਚਨ ਨੇ ਨਾ ਧਿਆਨ ਦੇ ਸਹਿਤ ਸਰਵਣ ਕਰੋ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਪਰਮੇਸ਼ਰ ਦਾ ਜੋ ਪਿਆਰ ਹੈ ਨਾ ਉਹ ਜੀਵ ਦੇ ਹਿਰਦੇ ਦੇ ਵਿੱਚ ਪੈਦਾ ਹੋਣਾ ਚਾਹੀਦਾ ਹੈ। ਪਿਛਲੀ ਰਾਤ ਭਾਵ ਸਵਾ ਪਹਿਰ ਰਾਤ ਰਹਿੰਦੀ ਹੋਈ ਉੱਠ ਕੇ ਤੇ ਪ੍ਰਮਾਤਮਾ ਦਾ ਸੱਦਾ ਜਿਹੜਾ ਹੁਕਮ ਹੈ ਨਾ, ਕਹਿਣ ਤੋਂ ਭਾਵ ਕਿ ਖਸਮ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੈ ਕਿ ਪਿਛਲੀ ਰਾਤ ਜਾਗ ਕੇ ਸਵਾ ਪਹਿਰ ਰਾਤ ਰਹਿੰਦੀ ਹੋਈ ਜਾਗ ਕੇ ਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ। ਨਾਮ ਖਸਮ ਕਾ ਲੇਹ। ਖਸਮ ਮਾਲਕ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਲੈਣਾ ਚਾਹੀਦਾ ਹੈ। ਪਿਛਲੀ ਰਾਤ ਨੂੰ ਉੱਠ ਕੇ ਭਜਨ ਕਰਨਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ। ਤੋ ਮਾਲਕ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ, ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਜੋ ਚਾਰੇ ਯੁੱਗਾਂ ਦੇ ਵਿੱਚੋਂ ਜਿਹੜਾ ਕਲਯੁਗ ਹੈ ਨਾ, ਇਹ ਪਿਛਲੀ ਰਾਤ ਹੈ। ਬਿਰਧ ਅਵਸਥਾ ਪਿਛਲੀ ਰਾਤ ਹੈ। ਫਿਰ 84 ਲੱਖ ਜੂਨਾਂ ਦੇ ਵਿੱਚੋਂ ਜਿਹੜੀ ਮਨੁੱਖਾ ਦੇਹੀ ਹੈ ਨਾ, ਇਹ ਪਿਛਲੀ ਰਾਤ ਹੈ। ਕਹਿਣ ਤੋਂ ਭਾਵ ਕਿ ਚਾਰੇ ਯੁੱਗਾਂ ਦੇ ਵਿੱਚ ਕਿਸੇ ਯੁੱਗ ਦੇ ਵਿੱਚ ਕਹਿੰਦੇ ਸਨ ਕਿ ਯੱਗ ਕਰਨੇ ਚਾਹੀਦੇ, ਕਿਸੇ ਯੁੱਗ ਦੇ ਵਿੱਚ ਕਿਹਾ ਜਾਂਦਾ ਸੀ ਤਪ ਕਰਨਾ ਚਾਹੀਦਾ ਹੈ, ਕਿਸੇ ਯੁੱਗ ਦੇ ਵਿੱਚ ਕਿਹਾ ਜਾਂਦਾ ਸੀ ਪੁੰਨ ਕਰਨਾ ਚਾਹੀਦਾ ਹੈ। ਪਰ ਕਲਯੁੱਗ ਦੇ ਸਮੇਂ ਦੇ ਵਿੱਚ ਇੱਕ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਫਲੀਭੂਤ ਹੁੰਦਾ ਹੈ। ਕਿਉਂਕਿ ਬਾਣੀ ਦੇ ਵਿੱਚ ਬਚਨ ਨੇ ਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਆਨ ਰੁੱਤ ਨਾਹੀ ਮਤ ਭਰਮ ਭੂਲੋ। ਕਲਯੁਗ ਦੇ ਵਿੱਚ ਇੱਕ ਨਾਮ ਹੀ ਫਲੀਭੂਤ ਹੁੰਦਾ ਹੈ। ਜੇ ਨਾਮ ਜਪੀਏ, ਬੰਦਗੀ ਕਰੀਏ ਤੇ ਫਿਰ ਵੱਡੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਤੋ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਨਾਮ ਜਪਣਾ ਇਹ ਪ੍ਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਹੈ। ਤੋ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ ਹੈ ਸਦਾ ਵਾਸਤੇ। ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ। ਤੋ ਪਿਤਾ ਜੀ ਨੇ ਸਵਾਲ ਕਰ ਦਿੱਤਾ ਕਿ ਪੁੱਤਰ ਜੀਓ ਕਿਰਪਾ ਕਰਕੇ ਦੱਸੋ, ਜੇ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਫਿਰ ਕੀ ਪ੍ਰਾਪਤ ਹੁੰਦਾ ਹੈ, ਕਿਹੜੀ ਪ੍ਰਾਪਤੀ ਹੁੰਦੀ ਹੈ? ਧਨ ਕਮਾਉਣ ਦੇ ਨਾਲ ਪ੍ਰਤੱਖ ਜੋ ਸੰਸਾਰਕ ਸੁੱਖ ਮਿਲਦੇ ਨੇ, ਤੇ ਜੇ ਨਾਮ ਰੂਪ ਪ੍ਰਮਾਤਮਾ ਦਾ ਨਾਮ ਰੂਪ ਧਨ ਇਕੱਠਾ ਕਰੀਏ ਤੇ ਫਿਰ ਕੀ ਪ੍ਰਾਪਤ ਹੋਵੇਗਾ? ਹਾਂਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਖੇਮੇ ਛਤਰ ਸਰਾਏ 'ਚ ਦਿਸਨ ਰਥ ਪੀੜੇ। ਸਤਿਗੁਰੂ ਜੀ ਕਹਿਣ ਲੱਗੇ ਕਿ ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਸਿਰ ਦੇ ਉੱਪਰ ਖੇਮੇ ਤੰਬੂ ਤਾਣੇ ਜਾਂਦੇ ਨੇ, ਛਤਰ ਝੂਲਦੇ ਨੇ ਤੇ ਸਰਾਏ 'ਚ ਕਨਾਤਾਂ ਨੇ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਸਿਰ ਦੇ ਉੱਪਰ। ਤੇ ਇੱਕ ਜਗ੍ਹਾ ਤੋਂ ਜਦੋਂ ਦੂਜੀ ਜਗ੍ਹਾ ਤੇ ਜਾਣਾ ਹੋਵੇ ਤੇ ਉਹਨਾਂ ਵਾਸਤੇ ਰਥ ਪੀੜੇ, ਰਥ ਜੋੜੇ ਜਾਂਦੇ ਨੇ, ਰਥ ਤਿਆਰ ਹੁੰਦੇ ਨੇ। ਸੇਵਾ ਕਰਨ ਵਾਲੇ ਉਹਨਾਂ ਦੇ ਅੱਗੇ ਪਿੱਛੇ ਅਨੇਕਾਂ ਹੀ ਫਿਰਦੇ ਹੁੰਦੇ ਨੇ। ਤੇ ਇਸ ਪ੍ਰਕਾਰ ਇਹ ਜੋ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਜਪਣ ਵਾਲੇ ਨੇ ਨਾ ਜਿਹੜੇ, ਉਹਨਾਂ ਨੂੰ ਇੱਥੇ ਵੀ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਤੋ ਇਸੇ ਹੀ ਪ੍ਰਕਾਰ ਖਿਮਾ ਰੂਪ ਤੰਬੂ ਉਹਨਾਂ ਨੇ ਤਾਣੇ ਹੋਏ ਨੇ। ਕਹਿਣ ਤੋਂ ਭਾਵ ਕਿ ਖਿਮਾ ਕਰਦੇ ਨੇ, ਵੱਡੇ ਜਿਹੜੇ ਅਪਰਾਧੀ ਨੇ ਨਾ ਉਹਨਾਂ ਨੂੰ ਮੁਆਫ ਕਰ ਦਿੰਦੇ ਨੇ, ਖਿਮਾ ਕਰ ਦਿੰਦੇ ਨੇ। ਤੇ ਫਿਰ ਜਸ ਰੂਪ ਛਤਰ ਹੈ ਉਹਨਾਂ ਦੇ ਉੱਪਰ, ਉਹਨਾਂ ਦੀ ਜਿਹੜੀ ਜੈ ਜੈਕਾਰ ਹੁੰਦੀ ਹੈ ਨਾ ਥਾਂ ਦੇ ਉੱਪਰ, ਜਸ ਰੂਪ ਛਤਰ ਹੈ ਉਹਨਾਂ ਦੇ ਉੱਪਰ। ਫਿਰ ਕਰੁਣਾ ਮੁਦਤਾ ਮੈਤਰੀ ਇਹ ਕਨਾਤਾਂ ਨੇ। ਸ਼ਰਵਣ ਮੰਨਣ ਨਿਧਿਆਸਣ ਜਿਹੜੇ ਨੇ, ਸ਼ਰਵਣ ਮੰਨਣ ਨਿਧਿਆਸਣ ਕਿਉਂਕਿ ਰਥ ਦੇ ਵਿੱਚ 2 ਘੋੜੇ ਜੋੜੇ ਜਾਂਦੇ ਨੇ, ਰਥ ਦੇ ਵਿੱਚ 2 ਘੋੜੇ ਜੋੜੇ ਜਾਂਦੇ ਨੇ। ਸ਼ਰਵਣ ਮੰਨਣ ਨਿਧਿਆਸਣ ਹੈ ਨਾ ਜਿਹੜਾ, ਤੇ ਸ਼ਰਵਣ ਮੰਨਣ ਨਿਧਿਆਸਣ ਰੂਪ ਉਹਨਾਂ ਨੇ ਘੋੜੇ ਜੋੜੇ ਹੋਏ ਨੇ। ਫਿਰ ਇਸੇ ਹੀ ਤਰ੍ਹਾਂ ਜੋ ਸੁਰਤੀ ਉੱਤੇ ਅਸਵਾਰ ਹੁੰਦੇ ਨੇ ਤੇ ਸੁਖ ਵਾਲੀਆਂ ਪਾਲਕੀਆਂ, ਤਤਮ ਦਾ ਸੋਧਨ ਅਤੇ ਜੋ ਇਹ ਜਿਹੜਾ ਪਾਲਕੀਆਂ ਦੇ ਉੱਪਰ ਉਹ ਅਸਵਾਰ ਹੁੰਦੇ ਨੇ, ਇਹ ਵਸਤੂਆਂ ਉਹਨਾਂ ਨੂੰ
ਪਰਮਾਤਮਾ ਦੇ ਵੱਲੋਂ ਪਰਮਾਤਮਾ ਦੀ ਖੁਸ਼ੀ ਦੇ ਅਨੁਸਾਰ ਹੀ ਪ੍ਰਾਪਤ ਹੁੰਦੀਆਂ ਨੇ। ਜਿਨੀ ਤੇਰਾ ਨਾਮ ਧਿਆਇਆ ਤਿਨ ਕਾ ਸਦ ਮਿਲੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਪ੍ਰਮਾਤਮਾ ਵਾਹਿਗੁਰੂ ਜੀ ਉਹ ਤੇਰਾ ਨਾਮ ਧਿਆਇਆ ਹੈ। ਜੋ ਪ੍ਰਮਾਤਮਾ ਦੇ ਸਨਮੁਖ ਜੋ ਬਚਨ ਕਰਦੇ ਨੇ ਕਿ ਪ੍ਰਮਾਤਮਾ ਵਾਹਿਗੁਰੂ ਜੀ ਉਹ ਜਿਨ੍ਹਾਂ ਨੇ ਨਾਮ ਧਿਆਇਆ ਹੈ ਤਿਨ ਕੋ ਸਦ ਮਿਲੇ, ਉਹਨਾਂ ਨੂੰ ਸੱਦ ਕੇ ਬੁਲਾ ਕੇ ਤੇ ਇਹ ਜਿਹੜੀਆਂ ਵਸਤੂਆਂ ਮਿਲਦੀਆਂ ਨੇ, ਜਿਵੇਂ ਜੋ ਬ੍ਰਹਮਦੇਵ ਦੇ ਪਾਸ ਤੇ ਜਾਂ ਜੋ ਭਗਤ ਫਰੀਦ ਜੀ ਦੀ ਕੁਲ ਦੇ ਜਿਹੜੇ ਸਨ ਉਹਨਾਂ ਦੇ ਪਾਸ ਜਦੋਂ ਸਤਿਗੁਰੂ ਜੀ ਨੇ ਜਾ ਕੇ ਗਿਆਨ ਚਰਚਾ ਕੀਤੀ ਤੇ ਉਸ ਸਮੇਂ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਸਨ ਕਿ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਤੋ ਐਸੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਨੇ। ਇੱਕ ਤਾਂ ਜਿਹੜੇ ਚੋਰ ਆਦਿਕ ਜਾਗਦੇ ਫਿਰਦੇ ਨੇ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਸਗੋਂ ਜੇ ਕਿਤੇ ਬਾਦਸ਼ਾਹ ਦੇ ਸਿਪਾਹੀ ਉਹਨਾਂ ਸਿਪਾਹੀਆਂ ਦੀ ਨਿਗਾਹ ਦੇ ਵਿੱਚ ਚੋਰ ਉਹ ਚੱਕੇ ਆ ਜਾਣ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ, ਕੈਦ ਕੀਤਾ ਜਾਂਦਾ, ਦੰਡ ਦਿੱਤਾ ਜਾਂਦਾ ਹੈ। ਪਰ ਦੂਜੇ ਪਾਸੇ ਜਿਹੜੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਜਾਗਦੇ ਨੇ, ਇੱਕ ਪਾਸੇ ਤਾਂ ਚੋਰ ਜਾਗਦੇ ਨੇ, ਚੋਰ ਉਹ ਚੱਕੇ, ਤੇ ਦੂਜੇ ਪਾਸੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਜਾਗਦੇ ਨੇ। ਤੇ ਜੇ ਕਿਤੇ ਭਗਤੀ ਕਰਦਿਆਂ ਉਹਨਾਂ ਦੇ ਨੇਤਰਾਂ ਦੇ ਵਿੱਚ ਆਲਸ ਆ ਜਾਵੇ, ਨੀਂਦ ਵੀ ਆ ਜਾਵੇ, ਤੇ ਜਿਹੜੇ ਸੇਵਾ ਕਰਨ ਵਾਲੇ ਨੇ ਨਾ, ਸ਼ਾਹੂਕਾਰ ਹੋਰ ਜਿਹੜੇ ਸੇਵਾ ਕਰਨ ਵਾਲੇ, ਉਹ ਉਹਨਾਂ ਨੂੰ ਸੱਦ ਕੇ ਬੁਲਾ ਕੇ ਠਾ ਕੇ ਤੇ ਫਿਰ ਉਹਨਾਂ ਨੂੰ ਸਮੁੰਦਰ ਵੀ ਛਕਾਉਂਦੇ ਨੇ, ਚੰਗੇ ਪਦਾਰਥ ਵੀ ਛਕਾਉਂਦੇ ਨੇ, ਤੇ ਹੋਰ ਜੋ ਮੋਹਰਾਂ ਆਦਿਕ ਉਹਨਾਂ ਨੂੰ ਦਾਨ ਵੀ ਕਰਦੇ ਨੇ। ਇਸ ਪ੍ਰਕਾਰ ਜਿਨੀ ਤੇਰਾ ਨਾਮ ਧਿਆਇਆ ਪ੍ਰਮਾਤਮਾ ਵਾਹਿਗੁਰੂ ਜੀਓ, ਜਿਨ੍ਹਾਂ ਭਗਤ ਜਨਾਂ ਨੇ ਰੱਬ ਦੇ ਪਿਆਰਿਆਂ ਨੇ ਆਪ ਜੀ ਦਾ ਨਾਮ ਧਿਆਇਆ, ਉਹਨਾਂ ਨੂੰ ਸੱਦ ਕੇ ਬੁਲਾ ਕੇ ਤੇ ਇਹ ਸਾਰੀਆਂ ਵਸਤੂਆਂ ਮਿਲਦੀਆਂ ਨੇ, ਚੰਗੇ ਪਦਾਰਥ ਅਤੇ ਜੋ ਧਨ ਪਦਾਰਥ ਵੀ ਉਹਨਾਂ ਨੂੰ ਦਿੱਤਾ ਜਾਂਦਾ, ਦਾਨ ਕੀਤਾ ਜਾਂਦਾ ਹੈ। ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ, ਉਹਨਾਂ ਨੂੰ ਸੱਦ ਕੇ ਬੁਲਾ ਕੇ ਤੋ ਸੁਨੇਹਾ ਘੱਲ ਕੇ ਸਤਿਗੁਰੂ ਜੀ ਆਪ ਆਪਣੇ ਪਾਸ ਬੁਲਾਉਂਦੇ ਨੇ ਅਤੇ ਸੰਗਤ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬਾਬਾ ਮੈਂ ਕਰਮਹੀਣ ਕੂੜਿਆਰ। ਹਾਂਜੀ, ਕਹਿਣ ਲੱਗੇ ਕਿ ਪਿਤਾ ਜੀ ਉਹ ਐਵੇਂ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਨਿਮਰਤਾ ਦੇ ਸਹਿਤ ਹੋ ਕੇ, ਬਾਬਾ ਹੇ ਬਾਬਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀਓ, ਪਰਮੇਸ਼ਰ ਸਰੂਪ ਬਾਬਾ ਤੁਸੀਂ ਸਭ ਤੋਂ ਵੱਡੇ ਹੋ, ਤੇ ਇਸ ਕਰਕੇ ਉਹ ਪ੍ਰਮਾਤਮਾ ਦੇ ਅੱਗੇ ਕਿਵੇਂ ਬੇਨਤੀ ਕਰੀਏ, ਬਾਬਾ ਮੈਂ ਕਰਮਹੀਨ ਕੁੜਿਆਰ, ਇਹ ਪ੍ਰਮਾਤਮਾ ਵਾਹਿਗੁਰੂ ਜੀਓ ਮੈਂ ਚੰਗੇ ਕਰਮਾਂ ਤੋਂ ਹੀਣਾ ਹਾਂ। ਕਹਿਣ ਤੋਂ ਭਾਵ ਕਿ ਨਿਸ਼ਕਾਮ ਕਰਮਾਂ ਤੋਂ ਹੀਣ ਹਾਂ ਮੈਂ, ਨਿਸ਼ਕਾਮ ਕਰਮਾਂ ਤੋਂ ਹੀਣਾ ਤੇ ਕੂੜਿਆਰ ਝੂਠ ਦੀ ਪ੍ਰਾਪਤੀ ਵਾਸਤੇ ਦੇਹ ਅਧਿਆਸ ਅਤੇ ਤਨ ਨੂੰ ਕਸ਼ਟ ਦੇ ਕੇ ਝੂਠ ਦੀ ਪ੍ਰਾਪਤੀ ਵਾਸਤੇ, ਝੂਠੇ ਪਦਾਰਥਾਂ ਵਾਸਤੇ ਬਹੁਤ ਜ਼ਿਆਦਾ ਕਸ਼ਟ ਝੱਲਦਾ ਮੈਂ। ਇਸ ਪ੍ਰਕਾਰ ਇਹ ਵੀ ਟੁਕਦਾ ਹੈ ਕਿ ਜਿਵੇਂ ਅਸੀਂ ਸੰਸਾਰਕ ਜੀਵ ਹਾਂ, ਸੰਸਾਰਕ ਪਦਾਰਥਾਂ ਵਾਸਤੇ, ਧਨ ਦੌਲਤ ਵਾਸਤੇ ਤਾਂ ਭਾਵੇਂ 8-8 10-10 ਘੰਟੇ ਲਾ ਲੈਂਦੇ ਆ, ਪਰ ਜਦੋਂ ਜਿਹੜਾ ਰਾਹ ਪ੍ਰਮਾਤਮਾ ਦਾ ਹੈ, ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ, ਕਥਾ ਕੀਰਤਨ ਸਰਵਣ ਕਰਨਾ, ਭਜਨ ਕਰਨਾ, ਤੇ ਉਹ ਜਿਹੜੇ ਦੇਹ ਅਧਿਆਸ ਨੇ, ਦੇਹ ਅਧਿਆਸ ਦੇ ਦੁਆਰਾ ਜਿਹੜੇ ਕਰਮ ਕਰਨੇ ਨੇ, ਉਹ ਕਰਮ ਕਰਨ ਵਾਸਤੇ ਤਾਂ ਬਹੁਤ ਜ਼ਿਆਦਾ, ਝੂਠੇ ਪਦਾਰਥਾਂ ਵਾਸਤੇ ਤਾਂ ਬਹੁਤ ਜ਼ਿਆਦਾ ਮੁਸ਼ੱਕਤ ਕਰਦੇ ਹਾਂ, ਪਰ ਪ੍ਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ, ਸ੍ਰੇਸ਼ਟ ਕਰਮਾਂ ਵਾਸਤੇ, ਨਿਸ਼ਕਾਮ ਕਰਮ ਕਰਨ ਵਾਸਤੇ ਮੈਂ ਬਹੁਤਾ ਜ਼ਿਆਦਾ ਯਤਨ ਨਹੀਂ ਕੀਤਾ। ਇਸ ਕਰਕੇ ਬਾਬਾ ਹੇ ਪ੍ਰਮਾਤਮਾ ਵਾਹਿਗੁਰੂ ਜੀਓ ਮੈਂ ਕਰਮਾਂ ਤੋਂ ਹੀਣਾ ਹਾਂ, ਭਾਵ ਕਿ ਨਿਸ਼ਕਾਮ ਕਰਮ ਨਹੀਂ ਮੈਂ ਕਰਦਾ, ਅਤੇ ਝੂਠੇ ਕਰਮ ਕਰਨ ਵਾਸਤੇ, ਝੂਠੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਮੈਂ ਬਹੁਤ ਜ਼ਿਆਦਾ ਦਿਨ ਰਾਤ ਭੱਜਿਆ ਫਿਰਦਾ ਹਾਂ। ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ। ਹਾਂਜੀ, ਹੇ ਪ੍ਰਮਾਤਮਾ ਵਾਹਿਗੁਰੂ ਜੀਓ, ਪੂਰੇ ਸਤਿਗੁਰੂ ਜੀਓ
ਮੈਂ ਆਪ ਜੀ ਦਾ ਨਾਮ ਪ੍ਰਾਪਤ ਨਹੀਂ ਕੀਤਾ। ਨਾਮ ਆਪ ਜੀ ਦਾ ਪ੍ਰਾਪਤ ਕਰਨ ਵਾਸਤੇ ਹੀ ਇਹ ਜਗਤ ਦੇ ਉੱਪਰ ਆਇਆ ਸੀ। ਜਿਵੇਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ ਹਨ ਕਿ ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। हे ਪ੍ਰਾਣਾ ਧਾਰੀ ਜੀਵ, ਬਾਣੀ ਪੜਨ ਵਾਸਤੇ ਬਾਣੀ ਸੁਣਨ ਵਾਸਤੇ ਜਗਤ ਦੇ ਉੱਪਰ ਆਇਆ ਸੀ। ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ। ਨਾਮ ਵਿਸਾਰ ਕੇ ਹੋਰ ਲਾਲਚਾਂ ਦੇ ਵਿੱਚ ਹੀ ਲੱਗਿਆ ਫਿਰਦਾ ਮੈਂ ਦਿਨ ਰਾਤ। ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ ਪ੍ਰਾਣਾ ਧਾਰੀ ਜੀਵ ਨੇ ਜਨਮ ਨੂੰ ਬਿਅਰਥ ਗਵਾ ਲਿਆ। ਇਸ ਕਰਕੇ ਨਾਮ ਨਾ ਪਾਇਆ ਤੇਰਾ। ਤੇਰਾ ਨਾਮ ਹੈ ਜਿਹੜਾ ਉਹ ਮੈਂ ਪ੍ਰਾਪਤ ਨਹੀਂ ਕੀਤਾ। ਨਾਮ ਦੀ ਪ੍ਰਾਪਤੀ ਕਰਨ ਵਾਸਤੇ ਕੋਈ ਸਾਧਨ ਨਹੀਂ ਮੈਂ ਕੀਤਾ। ਇਹ ਮੇਰੇ ਉੱਪਰ ਕਿਰਪਾ ਕਰੋ, ਮੇਰੇ ਸਰਦਾ ਰੂਪ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ ਜੀ ਕਿਰਪਾ ਕਰਕੇ। ਨਾਮ ਨਾ ਪਾਇਆ ਤੇਰਾ, ਹੁਣ ਤੱਕ ਮੇਰੀ ਇੰਨੀ ਉਮਰ ਪੂਰੀ ਹੋ ਗਈ ਹੈ, ਪਰ ਤੇਰਾ ਨਾਮ ਨਹੀਂ ਮੈਂ ਪ੍ਰਾਪਤ ਕਰ ਸਕਿਆ। ਤੋ ਕਿਰਪਾ ਕਰੋ ਜੀ, ਭਰਮ ਦੇ ਵਿੱਚ ਭੁੱਲ ਕੇ ਹੀ ਮੈਂ ਸਾਰਾ ਜਨਮ ਵਿਅਰਥ ਗਵਾ ਲਿਆ ਹੈ। ਤੋ ਇਸੇ ਹੀ ਤਰ੍ਹਾਂ ਸੱਚੇ ਪ੍ਰਮਾਤਮਾ ਦੇ ਸੱਚੇ ਨਾਮ ਦੀ ਪ੍ਰਾਪਤੀ ਲਈ ਮੈਂ ਕੋਈ ਵੀ ਯਤਨ ਨਹੀਂ ਕੀਤਾ ਹੁਣ ਤੱਕ। ਤੋ ਇਸੇ ਹੀ ਤਰ੍ਹਾਂ ਸ਼ਾਸਤਰ ਗਿਆਨ, ਸੁਰਤੀ ਸਿਮਰਤੀ ਅਤੇ ਪਰੋਖ ਗਿਆਨ, ਅਪਰੋਖ ਗਿਆਨ, ਜੋ ਅਪਰੋਖ ਗਿਆਨ ਰੂਪੀ ਨੇਤਰਾਂ ਤੋਂ ਬਗੈਰ ਹੋਣ ਕਰਕੇ ਜਿਹੜਾ ਮੇਰਾ ਮਨ ਹੈ ਨਾ, ਇਹ ਭਰਮ ਦੇ ਵਿੱਚ ਭੁਲੇਖਿਆਂ ਦੇ ਵਿੱਚ ਹੀ ਪਿਆ ਹੈ ਹੁਣ ਤੱਕ। ਐਸੀ ਮੇਰੀ ਹਾਲਤ ਹੋ ਗਈ, ਜੋ ਆਪ ਜੀ ਦਾ ਜਿਹੜਾ ਗਿਆਨ ਸੀ ਉਹ ਨਹੀਂ ਪ੍ਰਾਪਤ ਕੀਤਾ ਮੈਂ ਹਿਰਦੇ ਦੇ ਵਿੱਚ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਾਧ ਕੀਤੇ ਦੁਖ ਪਟਪੁੜੇ, ਪੂਰਬ ਲਿਖੇ ਮਾਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਮਾਇਆ ਦੇ ਪ੍ਰਤੀ, ਜੋ ਮਾਇਆ ਦੇ ਵਿੱਚ ਪੈ ਕੇ, ਮੋਹ ਮਾਇਆ ਮਮਤਾ ਦੇ ਵਿੱਚ ਪੈ ਕੇ, ਜਾਂ ਸੰਸਾਰਕ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਪੈ ਕੇ ਜਿਹੜੇ ਮੈਂ ਸਵਾਦ ਭੋਗੇ ਨੇ, ਸਾਧ ਕੀਤੇ ਦੁੱਖ ਪਰ ਫੜੇ। ਜਿਹੜੇ ਜੀਵ ਬਹੁਤੇ ਜ਼ਿਆਦੇ ਪੂਰਬਲੇ ਸਕਾਮ ਕਰਮਾਂ ਨੂੰ ਅੱਗੇ ਰੱਖ ਕੇ, ਸਕਾਮ ਕਰਮਾਂ ਦੇ ਸਹਿਤ ਹੋ ਕੇ ਜਿਨ੍ਹਾਂ ਨੇ ਵੀ ਜੋ ਕੁਕਰਮ ਕੀਤੇ ਨੇ ਤੋ ਭੋਗਾਂ ਨੂੰ ਭੋਗਿਆ ਹੈ, ਉਹਨਾਂ ਨੂੰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਤਨ ਦੇ ਵਿੱਚ ਦੁੱਖ ਪ੍ਰਾਪਤ ਪੈਦਾ ਹੋ ਜਾਂਦੇ ਨੇ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਮਿੱਠਾ ਕੌੜਾ ਦੋਵੈ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਵੇਂ ਸੰਸਾਰਕ ਪੱਖ ਤੋਂ ਇਹ ਗਿਆਨ ਹੀ ਹੈ ਸਭ ਨੂੰ ਕਿ ਮਿੱਠਾ ਖਾਣ ਦੇ ਨਾਲ ਸ਼ੂਗਰ ਆਦਿਕ ਰੋਗ ਪੈਦਾ ਹੋ ਜਾਂਦੇ ਨੇ, ਤੇ ਉਹ ਹੀ ਮਿੱਠੇ ਦਾ ਫਿਰ ਕੌੜਾ ਸਵਾਦ ਆਉਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਪੂਰਬਲੇ ਜਨਮਾਂ ਦੇ ਵਿੱਚ ਮੈਂ ਸਕਾਮ ਕਰਮਾਂ ਦੇ ਸਹਿਤ ਭਾਵ ਕਿ ਕਿਸੇ ਮਿੱਥੇ ਹੋਏ ਕਰਮ ਦੀ ਆਸ ਰੱਖ ਕੇ ਤੇ ਉਹ ਮੈਂ ਸਾਧਨ ਕਰਦਾ ਰਿਹਾ, ਉਹਨਾਂ ਦੇ ਅਨੁਸਾਰ ਦੁਨੀਆ ਦੇ ਵਿੱਚ ਖਾਣ ਪੀਣ, ਪਹਿਨਣ ਭੋਗਣ ਅਤੇ ਸਵਾਦ ਜੋ ਇਹ ਸਾਰੇ ਹੀ ਮੈਨੂੰ ਪ੍ਰਾਪਤ ਹੋ ਗਏ, ਤੇ ਉਹਨਾਂ ਸਵਾਦਾਂ ਦੇ ਵਿੱਚ ਫਿਰ ਦੁੱਖ ਪ੍ਰਜੁਲਿਤ ਹੋਏ, ਦੁੱਖ ਪੈਦਾ ਹੋ ਗਏ, ਤੇ ਉਹ ਦੁੱਖ ਮੈਨੂੰ ਭੋਗਣੇ ਪੈਂਦੇ ਹਨ। ਹੁਣ ਜਿਨ੍ਹਾਂ ਨੇ ਜੋ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਭੋਗਾਂ ਦੇ ਵਿੱਚ ਪੈ ਕੇ ਤੋ ਜਿਨ੍ਹਾਂ ਨੇ ਤਨ ਦੇ ਸਵਾਦਾਂ ਨੂੰ ਭੋਗਿਆ ਹੈ, ਸਤਿਗੁਰੂ ਜੀ ਬਚਨ ਕਰਦੇ ਕਿ ਉਹਨਾਂ ਦੇ ਤਨ ਦੇ ਵਿੱਚ ਅਨੇਕਾਂ ਹੀ ਦੁੱਖ ਪੈਦਾ ਹੋ ਜਾਂਦੇ ਹਨ। ਪੂਰਬਲੇ ਕਰਮਾਂ ਦੇ ਅਨੁਸਾਰ ਜੋ ਰਸਾਂ ਦੇ ਵਿੱਚ ਲੱਗ ਕੇ, ਵਿਸ਼ਿਆਂ ਦੇ ਸਵਾਦਾਂ ਦੇ ਵਿੱਚ, ਭੋਗਾਂ ਦੇ ਵਿੱਚ ਲੱਗ ਕੇ ਉਹਨਾਂ ਦੇ ਐਸੇ ਕਰਮ ਜੋ ਸਾਹਮਣੇ ਆਉਂਦੇ ਹਨ ਤੇ ਫਿਰ ਅਨੇਕਾਂ ਦੁੱਖ ਹੀ ਦੁੱਖ ਭੋਗਣੇ ਪੈਂਦੇ। ਸਤਿਗੁਰੂ ਜੀ ਬਚਨ ਕਰਦੇ ਕਿ ਸਾਧ ਕੀਤੇ ਦੁੱਖ ਪਰ ਫੜੇ, ਪੂਰਬ ਲਿਖੇ ਮਾਏ। ਜੋ ਮਾਇਆ ਦੇ ਅਧੀਨ ਜਿਹੜੇ ਸਵਾਦ ਕੀਤੇ ਸਨ
ਰਸ ਭੋਗੇ ਸਨ, ਉਹਨਾਂ ਦਾ ਕਰਕੇ ਤਨ ਦੇ ਵਿੱਚ ਦੁੱਖ ਬਹੁਤੇ ਜ਼ਿਆਦਾ ਪੈਦਾ ਹੋ ਗਏ ਤੇ ਉਹ ਦੁੱਖ ਹੁਣ ਭੋਗਣੇ ਪੈਂਦੇ ਨੇ। ਸੁਖ ਥੋੜੇ ਦੁੱਖ ਅਗਲੇ, ਦੁਖੇ ਦੁਖ ਵਿਹਾਏ। ਤੋ ਜਿਨ੍ਹਾਂ ਨੇ ਐਸੇ ਕਰਮ ਕੀਤੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਥੋੜੇ, ਦੁੱਖ ਅਗਲੇ। ਦੁੱਖ ਬਹੁਤੇ ਜ਼ਿਆਦੇ ਹਨ ਤੇ ਸੁੱਖ ਥੋੜੇ ਹਨ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਦੁੱਖ ਦੀ ਪ੍ਰਾਪਤੀ ਵਾਲੇ ਨਿਸ਼ਕਾਮ ਕਰਮ ਥੋੜੇ ਕੀਤੇ ਅਤੇ ਦੁਖਦਾਇਕ ਜਿਹੜੇ ਬਹੁਤੇ ਜ਼ਿਆਦੇ ਕਰਮ ਕੀਤੇ ਤੇ ਸਾਡੇ ਕਰਮਾਂ ਦੇ ਵਿੱਚ ਸੁੱਖ ਥੋੜੇ ਤੇ ਦੁੱਖ ਬਹੁਤੇ ਜ਼ਿਆਦੇ ਹਨ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਕਿ ਸ਼ਰਵਣ ਮੰਨਣ ਨਿਧਿਆਸਣ ਆਦ ਗੁਣ ਨੇ ਜਿਹੜੇ ਉਹ ਥੋੜੇ ਹਨ ਤੇ ਪ੍ਰਲੋਕ ਦੇ ਦੁੱਖ ਬਹੁਤੇ ਜ਼ਿਆਦੇ ਹਨ। ਮੇਰੀ ਸਾਰੀ ਹੀ ਉਮਰ ਦੁੱਖਾਂ ਹੀ ਦੁੱਖਾਂ ਦੇ ਵਿੱਚ, ਦੁੱਖੇ ਦੁੱਖ ਵਿਹਾਏ, ਦੁੱਖਾਂ ਹੀ ਦੁੱਖਾਂ ਦੇ ਵਿੱਚ ਬਤੀਤ ਹੋ ਚੱਲੀ ਹੈ। ਤੋ ਜਿੰਨੀ ਵੀ ਅਵਸਥਾ ਉਹ ਦੁੱਖਾਂ ਦੇ ਵਿੱਚ ਹੀ ਸਾਰੀ ਲੰਘ ਚੱਲੀ ਹੈ। ਜੋ ਇਸੇ ਹੀ ਤਰ੍ਹਾਂ ਜਿਵੇਂ ਬਚਪਨ ਦੇ ਵਿੱਚ ਬਾਲਕ ਅਵਸਥਾ ਦੇ ਵਿੱਚ ਦੁੱਖ, ਫਿਰ ਜੁਆ ਅਵਸਥਾ ਦੇ ਵਿੱਚ ਦੁੱਖ, ਢਲਦੀ ਅਵਸਥਾ ਦੇ ਵਿੱਚ ਦੁੱਖ ਤੇ ਬਿਰਧ ਅਵਸਥਾ ਦੇ ਵਿੱਚ ਦੁੱਖ, ਤੋ ਦੁੱਖ ਹੀ ਦੁੱਖ ਹਨ। ਦੁੱਖੇ ਦੁੱਖ ਵਿਹਾਏ, ਦੁੱਖਾਂ ਹੀ ਦੁੱਖਾਂ ਦੇ ਵਿੱਚ ਮੇਰੀ ਸਾਰੀ ਉਮਰ ਲੰਘ ਚੱਲੀ ਹੈ। ਕਿਉਂਕਿ ਪ੍ਰਮਾਤਮਾ ਵਾਹਿਗੁਰੂ ਜੀਓ, ਸਤਿਗੁਰੂ ਜੀਓ, ਮੈਂ ਪਿਛਲੇ ਜਨਮਾਂ ਦੇ ਵਿੱਚ ਜੋ ਸੁੱਖ ਰੂਪ ਕਰਮ ਥੋੜੇ ਕੀਤੇ ਸਨ ਤੇ ਦੁੱਖ ਰੂਪ ਕਰਮ ਜ਼ਿਆਦੇ ਕੀਤੇ ਸਨ। ਜਿਨ੍ਹਾਂ ਕਰਮਾਂ ਦੇ ਨਾਲ ਦੁੱਖ ਮਿਲਣਾ ਸੀ ਉਹ ਕਰਮ ਮੈਂ ਜ਼ਿਆਦੇ ਕੀਤੇ ਸੀ। ਇਸੇ ਕਰਕੇ ਹੀ ਜਵਾਨੀ ਜੋ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਮੈਨੂੰ ਦੁੱਖ ਹੀ ਦੁੱਖ ਪ੍ਰਾਪਤ ਹੋਏ ਹਨ। ਹੁਣ ਤੱਕ ਐਸੀ ਮੇਰੀ ਹਾਲਤ ਹੋ ਗਈ। ਵਿਛੜਿਆ ਕਾ ਕਿਆ ਵਿਛੜੈ, ਮਿਲਿਆ ਕਾ ਕਿਆ ਮੇਲ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਪ੍ਰਮਾਤਮਾ ਦੇ ਨਾਲੋਂ ਵਿਛੜੇ ਨੇ ਉਹਨਾਂ ਦਾ ਕੀ ਵਿਛੜਨਾ ਹੈ, ਕਿਉਂਕਿ ਉਹ ਤਾਂ ਪਹਿਲਾਂ ਹੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਵਿਛੜੇ ਨੇ। ਤੋ ਮਿਲਿਆ ਕਾ ਕਿਆ ਮੇਲ, ਜਿਹੜੇ ਪਹਿਲਾਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲੇ ਹੋਏ ਨੇ, ਇੱਕਮਿਕ ਹੋਏ ਨੇ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪ੍ਰਮਾਤਮਾ ਦੇ ਲੜ ਲਾ ਦਿੱਤੀ, ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਗੁਰੂ ਕੇ ਚਰਨਾਂ ਦੇ ਵਿੱਚ ਹੀ ਜਿਨ੍ਹਾਂ ਨੇ ਆਪਾ ਸਮਰਪਿਤ ਕਰ ਦਿੱਤਾ, ਤੇ ਉਹਨਾਂ ਮਿਲਿਆ ਹੋਇਆਂ ਦਾ ਕੀ ਮਿਲਣਾ ਹੈ। ਉਹ ਤਾਂ ਪਹਿਲਾਂ ਹੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲੇ ਹੋਏ ਨੇ। ਐਸੇ ਹਨ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ। ਸਾਹਿਬ ਸੋ ਸਾ ਲਾਹੀਐ, ਜਿਨ ਕਰ ਦੇਖਿਆ ਖੇਲ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਸ ਸਾਹਿਬ ਮਾਲਕ ਪ੍ਰਮਾਤਮਾ ਵਾਹਿਗੁਰੂ ਜੀ ਨੇ ਐਸਾ ਖੇਲ ਕੀਤਾ ਹੈ, ਉਹ ਐਸਾ ਖੇਲ ਰਚਾਇਆ ਹੈ, ਉਹ ਪ੍ਰਮਾਤਮਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਾਹਿਬ ਸੋ ਸਾ ਲਾਹੀਐ, ਹਾਂਜੀ, ਜਿਨ ਕਰ ਦੇਖਿਆ ਖੇਲ। ਹਾਂਜੀ, ਜਿਸ ਪ੍ਰਮਾਤਮਾ ਨੇ ਇਹ ਜਗਤ ਦਾ ਸਾਰਾ ਹੀ ਖੇਲ ਕਰਕੇ ਤੇ ਸਾਰਾ ਖੇਲ ਰਚਾ ਕੇ ਤੇ ਫਿਰ ਪ੍ਰਮਾਤਮਾ ਆਪ ਦੇਖ ਰਿਹਾ ਹੈ। ਸੰਜੋਗੀ ਮੇਲਾਵੜਾ, ਇਨ ਤਨ ਕੀਤੇ ਭੋਗ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਭਾਈ ਜਦੋਂ ਚੰਗੇ ਕਰਮ ਹੋਣ, ਚੰਗੇ ਸੰਜੋਗ ਹੋਣ, ਸੰਜੋਗ ਮਿਲਾਪ ਨੂੰ ਕਹਿੰਦੇ ਨੇ, ਸੰਜੋਗ ਮਿਲਾਪ ਨੂੰ ਕਹਿੰਦੇ ਨੇ। ਸੰਜੋਗੀ ਮੇਲਾਵੜਾ, ਚੰਗੇ ਸੰਜੋਗਾਂ ਦੇ ਨਾਲ ਮੇਲ ਹੁੰਦਾ ਹੈ। ਜਦੋਂ ਚੰਗੇ ਸੰਜੋਗ ਹੋਣ, ਚੰਗਾ ਸਮਾਂ ਆਵੇ, ਪ੍ਰਮਾਤਮਾ ਦੀ ਖੁਸ਼ੀ ਹੋਵੇ ਤੇ ਉਸ ਸਮੇਂ ਸੰਗਤ ਦੇ ਨਾਲ ਮਿਲਾਪ ਹੁੰਦਾ ਹੈ। ਸੰਗਤ ਦੇ ਨਾਲ ਮਿਲ ਕੇ ਸੇਵਾ ਸਿਮਰਨ ਕਰਕੇ, ਬੰਦਗੀ ਕਰਕੇ ਜੀਵ ਜੋ ਸਾਰੇ ਜੀਵਨ ਦੇ ਵਿੱਚ ਭਗਤੀ ਕਰ ਕਰਕੇ ਤੇ ਫਿਰ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਸੰਜੋਗੀ ਮੇਲਾਵੜਾ, ਹਾਂਜੀ, ਤਨ ਕੀਤੇ ਭੋਗ। ਤੇ ਇਸ ਤਨ ਦੇ ਨਾਲ ਜਿਹੜੇ ਭੋਗ ਕੀਤੇ ਸਨ, ਉਹਨਾਂ ਭੋਗਾਂ ਦੇ ਦੁੱਖ ਕਰਕੇ ਪ੍ਰਮਾਤਮਾ ਦੇ ਨਾਲੋਂ ਜੀਵ ਵਿਛੜ ਗਏ। ਵਿਜੋਗੀ ਮਿਲ ਵਿਛੜੇ, ਨਾਨਕ ਭੀ ਸੰਜੋਗ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਵਿਜੋਗ ਕਰਕੇ, ਜਿਹੜੇ ਮਾੜੇ ਕਰਮਾਂ ਕਰਕੇ ਵਿਛੜ ਗਏ ਨੇ, ਵਿਜੋਗ ਹੋ ਗਿਆ ਜਿਨ੍ਹਾਂ ਦਾ, ਤੇ ਸਤਿਗੁਰ ਭੀ ਸੰਜੋਗ, ਹਾਂਜੀ, ਤੇ ਨਾਨਕ ਭੀ ਸੰਜੋਗ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਮਾੜੇ ਕਰਮਾਂ ਕਰਕੇ ਵਿਛੜ ਗਏ ਨੇ ਪ੍ਰਮਾਤਮਾ ਦੇ ਨਾਲੋਂ, ਜੇ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆ ਜਾਣ
ਤੇ ਉਹਨਾਂ ਦਾ ਵੀ ਨਾਨਕ ਭੀ ਸੰਜੋਗ, ਹਾਂਜੀ ਉਹਨਾਂ ਦਾ ਵੀ ਪ੍ਰਮਾਤਮਾ ਦੇ ਨਾਲ ਸੰਜੋਗ ਭਾਵ ਕੇ ਮਿਲਾਪ ਹੋ ਜਾਵੇਗਾ। ਜਿਹੜੇ ਮਾੜੇ ਕਰਮਾਂ ਕਰਕੇ ਵਿਛੜੇ ਨੇ, ਜੇ ਸੰਗਤ ਦੇ ਵਿੱਚ ਆ ਕੇ ਸੰਗਤ ਕਰਨ, ਨਾਮ ਜਪਣ, ਸੇਵਾ ਸਿਮਰਨ ਕਰਨ, ਗੁਰੂ ਕੇ ਉਪਦੇਸ਼ ਨੂੰ ਧਾਰਨ ਕਰਨ, ਸ਼ਰਵਣ ਮੰਨਣ ਨਿਧਿਆਸਣ, ਕਮਾਈ ਕਰਨ, ਤਤੋਂ ਦਾ ਸੋਧਨ ਕਰਨ, ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਨਾਨਕ ਭੀ ਸੰਜੋਗ, ਉਹਨਾਂ ਦਾ ਵੀ ਮਿਲਾਪ ਹੋ ਸਕਦਾ ਹੈ। ਜੇ ਬੁਰੇ ਕਰਮਾਂ ਕਰਕੇ ਜੀਵ ਵਿਛੜ ਗਿਆ ਹੈ ਨਾ ਪਰਮਾਤਮਾ ਦੇ ਨਾਲੋਂ, ਤੇ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆ ਕੇ ਤਰਲੇ ਲਈਏ ਕਿ ਸਤਿਗੁਰੂ ਜੀ ਉਹ ਪਿਛਲੇ ਜਨਮਾਂ ਦੇ ਵਿੱਚ, ਇਹ ਜਨਮ ਦੇ ਵਿੱਚ ਮੈਂ ਬੜੇ ਬੁਰੇ ਕਰਮ ਕੀਤੇ ਨੇ, ਆਪ ਜੀ ਦੇ ਨਾਮ ਨੂੰ ਭੁੱਲ ਗਿਆ, ਇਹ ਸਤਿਗੁਰੂ ਜੀ ਉਹ ਮੇਰੀ ਇੰਨੀ ਜ਼ਿੰਦਗੀ, ਇੰਨਾ ਜੀਵਨ ਐਵੇਂ ਹੀ ਬਰਬਾਦ ਹੋ ਗਿਆ ਹੈ। ਕਿੰਨੇ ਕੀਮਤੀ ਸਾਹ ਸੀ ਤੇ ਉਹ ਮੈਂ ਸਾਹ ਐਵੇਂ ਹੀ ਗਵਾ ਲਏ ਨੇ, ਭੰਗ ਦੇ ਭਾੜੇ ਆਪਣਾ ਜੀਵਨ ਬਰਬਾਦ ਕਰ ਲਿਆ। ਕਿਰਪਾ ਕਰੋ ਜੀ, ਮੈਨੂੰ ਮੁਆਫ ਕਰ ਦਿਓ, ਕਿਉਂਕਿ ਇਹ ਸਤਿਗੁਰੂ ਜੀ ਉਹ ਆਪ ਜੀ ਦੇ ਪਾਵਨ ਬਚਨ ਨੇ, ਜੋ ਸਰਨ ਆਵੈ ਤਿਸ ਕੰਠ ਲਗਾਵੈ, ਇਹੋ ਬਿਰਧ ਸੁਆਮੀ ਸੰਦਾ। ਜੋ ਆਪ ਜੀ ਦੀ ਚਰਨ ਸਰਨ ਦੇ ਵਿੱਚ ਆ ਜਾਵੇ, ਉਹਨੂੰ ਆਪ ਗਲੇ ਦੇ ਨਾਲ ਲਾ ਲੈਂਦੇ ਹੋ। ਕਿਰਪਾ ਕਰੋ ਜੀ, ਸਾਡੇ ਪਾਪਾਂ ਦਾ ਵਿਚਾਰ ਨਾ ਕਰੋ, ਜਿਹੜੇ ਅਪਰਾਧ ਕੀਤੇ ਨੇ। ਤੋ ਭਾਈ ਗੁਰਦਾਸ ਜੀ ਨੇ ਜਿਵੇਂ ਬੇਨਤੀ ਕਰਨ ਦੀ ਜਾਚ ਸਿਖਾਈ ਕਿ ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਇਹ ਸਤਿਗੁਰੂ ਜੀ ਉਹ ਮੇਰੇ ਵਿੱਚ ਇੰਨੇ ਔਗਣ ਨੇ, ਔਗਣ ਗਿਣੇ ਨਹੀਂ ਜਾ ਸਕਦੇ। ਪਰ ਸਤਿਗੁਰੂ ਜੀ ਉਹ ਆਪ ਜੀ ਦਾ ਨਾਮ ਵੀ ਬੜਾ ਬੇਨਜ਼ੀਰ ਹੈ, ਬੜਾ ਮਹਾਨ ਹੈ ਆਪ ਜੀ ਦਾ ਨਾਮ। ਆਪ ਜੀ ਨੇ ਹੀ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਬਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ। ਤੋ ਕਰੋੜਾਂ ਪਾਪ ਕੀਤੇ ਹੋਣ, ਅਨੇਕਾਂ ਹੀ ਹੱਤਿਆ ਕੀਤੀਆਂ ਹੋਣ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ, ਜਨਮਾਂ ਜਨਮਾਤਰਾਂ ਦਾ ਦਰਿਦਰ ਪਿਆ ਹੋਵੇ ਜੀਵ ਨੂੰ, ਜੋ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਬਖਿਆਦੰ, ਬਹੁਤ ਜ਼ਿਆਦਾ ਵੱਡਾ ਪਾਪੀ ਹੋਵੇ, ਪਾਪ ਗਿਣੇ ਨਾ ਜਾਣ। ਤੋ ਸਤਿਗੁਰੂ ਜੀ ਬਚਨ ਕਰਦੇ ਹਨ, ਮਿਟੰਤ ਸਗਲ, ਮਿਟ ਜਾਣਗੇ ਸਾਰੇ, ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ। ਪਰਮਾਤਮਾ ਦਾ ਨਾਮ ਸਿਮਰ ਕਰਕੇ ਸਾਰੇ ਹੀ ਬੱਜਰ ਪਾਪ, ਕਿਲਵਿਖ ਬੱਜਰ ਪਾਪ ਖਤਮ ਹੋ ਜਾਣਗੇ। ਕਿਵੇਂ? ਜਿਵੇਂ ਹਜ਼ਾਰਾਂ ਮਣਾਂ ਲੱਕੜਾਂ ਇਕੱਠੀਆਂ ਕੀਤੀਆਂ ਹੋਣ, ਥੋੜ੍ਹੀ ਜਿਹੀ ਅੱਗ ਪਾ ਦਿੱਤੀ ਜਾਵੇ, ਉਹ ਥੋੜ੍ਹੀ ਜਿਹੀ ਅੱਗ ਹਜ਼ਾਰਾਂ ਮਣਾਂ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾ, ਇਸੇ ਹੀ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਬੜਾ ਬੇਨਜ਼ੀਰ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ ਨਾ, ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਰੰਗ, ਨਾਮ ਦਾ ਆਨੰਦ ਮਾਣਦੇ ਨੇ। ਸਤਿਗੁਰੂ ਜੀ ਉਹ ਸਾਡੇ ਉੱਪਰ ਵੀ ਕਿਰਪਾ ਕਰੋ, ਤਰਸ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਲਓ, ਸੇਵਾ ਸਿਮਰਨ ਦੇ ਵਿੱਚ ਲਾਈ ਰੱਖੋ ਜੀ, ਜਿਸ ਕਰਕੇ ਸਾਡੇ ਬੱਜਰ ਪਾਪ ਨਾਸ ਹੋ ਜਾਣ। ਇਵੇਂ ਅਰਦਾਸ ਕਰਨੀ ਚਾਹੀਦੀ ਹੈ, ਤਰਲਾ ਲੈਣਾ ਚਾਹੀਦਾ ਹੈ, ਫਿਰ ਪ੍ਰਮਾਤਮਾ ਵਾਹਿਗੁਰੂ ਜੀ ਆਪੇ ਹੀ ਕਿਰਪਾ ਕਰਨਗੇ। ਚੌਪਈ ਸੋਨ ਕਾਲੂ ਤਬ ਤੂਸ਼ਨ ਕੀਨੰ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਆਪਣੇ ਮਾਤਾ ਪਿਤਾ ਪ੍ਰਾਤ ਐਸਾ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ, ਤੇ ਸਤਿਗੁਰੂ ਜੀ ਦੇ ਪਿਤਾ ਜੀ ਨੇ ਚੁੱਪ ਧਾਰਨ ਕਰ ਲਈ। ਹੁਣ ਜਨਨੀ ਕਹਿ ਹੋਇ ਮਨ ਦੀਨੰ। ਤੋ ਮਾਤਾ ਜੀ ਬਹੁਤੇ ਜ਼ਿਆਦੇ ਅਧੀਨਤਾ ਦੇ ਸਹਿਤ ਹੋ ਕੇ ਕਹਿਣ ਲੱਗੇ ਪੁੱਤਰ ਨਾਨਕ ਜੀ ਨੂੰ, ਸੰਤ ਸੁਭਾਏ ਹੈ ਸੁਤ ਤੇਰਾ। ਇਹ ਪੁੱਤਰ ਜੀਓ ਆਪ ਜੀ ਦਾ ਸੰਤ ਸੁਭਾਅ ਹੈ, ਸੰਤਾਂ ਵਾਲਾ ਸੁਭਾਅ ਹੈ, ਸ਼ਾਂਤ ਆਤਮਾ ਵਾਲਾ ਸੁਭਾਅ ਹੈ ਆਪ ਜੀ ਦਾ। ਹਾਂਜੀ, ਅਬ ਕੇ ਬਚਨ ਮਾਨੀਏ ਮੇਰਾ। ਹੁਣ ਸਾਡਾ ਬਚਨ ਮੰਨ ਲੈਣਾ ਕਰੋ ਜੀ। ਸਦਨ ਵਿਖੇ ਕੋ ਦਿਨ ਚੱਲ ਰਹੀਏ। ਜੇ ਬਹੁਤਾ ਸਮਾਂ ਨਹੀਂ ਰਹਿਣਾ ਤੇ ਥੋੜੇ ਜਿਹੇ ਦਿਨ ਹੀ ਫਿਰ ਘਰ ਦੇ ਵਿੱਚ ਰਹਿਣਾ ਕਰੋ ਜੀ। ਗਮਨ ਕਰਨ ਕੋ ਹੱਠ ਨਹਿ ਗਹੀਏ। ਤੋ ਜਾਣ ਦਾ ਜਿਹੜਾ ਤੁਸੀਂ ਹੱਠ ਧਾਰਨ ਕੀਤਾ ਹੋਇਆ ਹੈ ਨਾ, ਜਾਣ ਦੀ ਜਿਹੜੀ ਜਿੱਦ ਹੈ ਤੁਹਾਡੀ, ਉਹ ਭਾਵੇਂ ਚਲੇ ਜਾਇਓ ਪਰ ਥੋੜੇ ਦਿਨ ਇੱਥੇ ਸਾਡੇ ਪਾਸ ਰਹੋ ਜੀ। ਪੂਰਨ ਕਰ ਅਬਿਲਾਖ ਹਮਾਰੀ। ਸਾਡੀ ਜਿਹੜੀ ਇੱਛਾ ਹੈ ਨਾ ਪੁੱਤਰ ਜੀ, ਉਹ ਕਿਰਪਾ ਕਰਕੇ ਪੂਰੀ ਕਰੋ।
ਸਮਾ ਬਿਤਾਵੋ ਦ੍ਰਿਸ਼ਟ ਅਗਾਰੀ ਸਾਡੀ ਨਿਗਾਹ ਦੇ ਅੱਗੇ ਥੋੜਾ ਜਿਹਾ ਸਮਾਂ ਬਤੀਤ ਕਰੋ। ਤੁਜ ਬਿਲੋਕ ਮੈਂ ਨਹੀਂ ਅਗਾਈ ਹੇ ਪੁੱਤਰ ਜੀਓ, ਬੜੇ ਲੰਮੇ ਸਮੇਂ ਤੋਂ ਬਾਅਦ ਆਏ ਹੋ, ਤੁਹਾਡੇ ਦਰਸ਼ਨ ਕਰਕੇ ਹਜੇ ਰੱਜ ਨਹੀਂ ਹੋਇਆ, ਹਿਰਦੇ ਦੇ ਵਿੱਚ ਸੰਤੋਖ ਨਹੀਂ ਆਇਆ। ਵਿਛੜੇ ਹੀ ਸਭ ਬੈਸ ਬਿਤਾਈ ਸਾਰੀ ਉਮਰ ਤੁਹਾਡੇ ਤੋਂ ਵਿਛੜਿਆ ਹੋਇਆਂ ਹੀ ਪੂਰੀ ਕਰ ਲਈ ਹੈ। ਬ੍ਰਿਧ ਭਈ ਮਨ ਬਹੁ ਲਲਚਾਵਾ ਤੋ ਦੇਹੀ ਬਿਰਧ ਹੋ ਗਈ ਹੈ, ਤਨ ਕਮਜ਼ੋਰ ਹੋ ਗਿਆ ਤੇ ਤੁਹਾਡੇ ਦਰਸ਼ਨ ਕਰਨ ਦੀ ਬੜੀ ਲਾਲਸਾ ਹਿਰਦੇ ਦੇ ਵਿੱਚ। ਅਬਿਲਾਖਤ ਨਿਸ ਦਿਵਸ ਬਿਤਾਵਾ ਰਾਤ ਦਿਨ ਦਰਸ਼ਨਾਂ ਦੀ ਇੱਛਾ ਲੈ ਕੇ ਹੀ ਵਿਛੋੜੇ ਦੇ ਵਿੱਚ ਹੀ ਦਿਨ ਰਾਤ ਬਤੀਤ ਕਰਦੀਆਂ। ਸੋਨ ਜਨਨੀ ਕੀ ਇਸ ਬਿਦ ਬਾਣੀ ਜਦੋਂ ਮਾਤਾ ਜੀ ਨੇ ਬੜੀ ਅਧੀਨਤਾ ਦੇ ਸਹਿਤ ਬਚਨ ਕਹੇ ਤੇ ਸਤਿਗੁਰੂ ਜੀ ਨੇ ਮਾਤਾ ਜੀ ਦੇ ਬਚਨ ਸੁਣੇ। ਦਇਆ ਦਾ ਰਿਸ਼ੀ ਨਾਨਕ ਮਾਨੀ ਹਾਂ, ਦਇਆ ਧਾਰ ਸ੍ਰੀ ਨਾਨਕ ਮਾਨੀ, ਦਇਆ ਧਾਰਨ ਕਰਕੇ ਤੇ ਸਤਿਗੁਰੂ ਜੀ ਨੇ ਮਾਤਾ ਜੀ ਦੀ ਬੇਨਤੀ ਮੰਨ ਲਈ ਹੈ। ਤਹਤੇ ਉਠ ਗਮਨੇ ਤਿਨ ਸੰਗਾ ਤੋ ਉਥੋਂ ਉੱਠ ਕੇ ਬਾਬਾ ਚੰਦਰਭਾਨ ਜੀ ਦੇ ਖੂਹ ਤੋਂ ਉੱਠ ਕੇ ਤੇ ਮਾਤਾ ਪਿਤਾ ਜੀ ਦੇ ਨਾਲ ਤੁਰ ਪਏ ਨੇ ਸਤਿਗੁਰੂ ਜੀ। ਸਭ ਕੇ ਉਰ ਪਾਹਰਖ ਉਮੰਗਾ ਸਾਰੇ ਨਗਰ ਦੇ ਲੋਕ ਜਿਹੜੇ ਆਏ ਸਨ ਸਤਿਗੁਰੂ ਜੀ ਦੇ ਨਾਲ ਖੇਲਣ ਵਾਲੇ ਸੱਜਣ ਮਿੱਤਰ, ਛੋਟੇ ਵੱਡੇ ਬਜ਼ੁਰਗ, ਉਹ ਸਾਰੇ ਹੀ ਬੜੇ ਖੁਸ਼ ਹੋਏ। ਆਨ ਸਦਨ ਮਹਿ ਪ੍ਰਭੂ ਸਹਾਏ ਤੋ ਘਰ ਦੇ ਵਿੱਚ ਆ ਕੇ ਪ੍ਰਭੂ ਸਰੂਪ ਸਤਿਗੁਰੂ ਜੀ ਸੋਭਾ ਪਾ ਰਹੇ ਹਨ। ਸੁਨ ਕੇ ਲੋਕ ਮਿਲਨ ਬਹੁ ਆਏ ਜੋ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਨਗਰ ਦੇ ਵਿੱਚ ਪਾਵਨ ਚਰਨ ਪਾਏ ਨੇ, ਸਤਿਗੁਰੂ ਜੀ ਦਾ ਆਗਮਨ ਸੁਣ ਕੇ ਤੇ ਲੋਕ ਬਹੁਤੇ ਜ਼ਿਆਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ। ਬੰਦਨ ਕਰਹਿ ਜੋਰ ਦੁਪਾਨਾ ਤੋ ਸਤਿਗੁਰੂ ਜੀ ਨੂੰ ਮਿਲ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਦੋਨੇ ਹੱਥ ਜੋੜ ਕੇ ਮੱਥਾ ਟੇਕਦੇ ਨੇ। ਜਥਾ ਜੋਗ ਸਭ ਕੋ ਸਨਮਾਨਾ ਜਥਾ ਜੋਗ ਸਾਰਿਆਂ ਦਾ ਹੀ ਸਨਮਾਨ ਕਰਦੇ ਨੇ, ਵੱਡਿਆਂ ਦੀ ਥਾਂ ਵੱਡਿਆਂ ਦਾ ਸਨਮਾਨ ਕਰਦੇ ਨੇ, ਛੋਟਿਆਂ ਦੇ ਥਾਂ ਛੋਟਿਆਂ ਦਾ। ਦੋਹਰਾ ਲਾਲੂ ਕਹਿਠਾ ਕਾਮ ਕੋ ਗਇਓ ਸੁਨਿਓ ਤਹਿ ਠਾਏ ਤੋ ਗੁਰੂ ਕੇ ਸਿੱਖੋ, ਕਵੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਦੇ ਚਾਚਾ ਲਾਲੂ ਜੀ ਕਿਤੇ ਬਾਹਰ ਕੰਮ ਗਏ ਹੋਏ ਸਨ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਸਤਿਗੁਰੂ ਜੀ ਦੇ ਆਉਣ ਦਾ, ਰਸਾ ਪਾਦ ਤੂਰਨ ਧਰੇ ਮਿਲਿਓ ਆਨ ਬਹੁ ਪਾਏ ਰਸਤੇ ਦੇ ਵਿੱਚ ਛੇਤੀ ਚਰਨ ਧਰਦਿਆਂ ਹੋਇਆਂ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਮਿਲੇ ਨੇ ਸਤਿਗੁਰੂ ਜੀ ਦੇ ਚਾਚਾ ਜੀ। ਚੌਪਈ ਪੀਰ ਭੂਰਪੀ ਅਜਰ ਮਜਾਰੀ ਹਾਂਜੀ, ਸਤਿਗੁਰੂ ਜੀ ਦੇ ਵਿਹੜੇ ਦੇ ਵਿੱਚ ਬਹੁਤੀ ਜ਼ਿਆਦੀ ਭੀੜ ਹੋ ਗਈ ਹੈ, ਲੋਕ ਬੜੇ ਮਿਲਣ ਵਾਸਤੇ ਆਉਂਦੇ, ਦਰਸ਼ਨ ਕਰਨ ਵਾਸਤੇ। ਦਰਸ਼ਨ ਹਿਤ ਆਵਹਿ ਨਰ ਨਾਰੀ ਮਨੁੱਖ ਇਸਤਰੀਆਂ ਦਰਸ਼ਨ ਕਰਨ ਵਾਸਤੇ ਆ ਰਹੇ ਨੇ, ਬੜੇ ਪਿਆਰ ਦੇ ਸਹਿਤ ਲਾਈਨਾਂ ਲੱਗੀਆਂ ਹੋਈਆਂ। ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ ਸਾਰੇ ਜੋ ਵੀ ਮਿਲਣ ਵਾਸਤੇ ਆਉਂਦੇ, ਦਰਸ਼ਨ ਕਰਨ ਵਾਸਤੇ ਆਉਂਦੇ, ਸਤਿਗੁਰੂ ਜੀ ਸਾਰਿਆਂ ਨੂੰ ਸੁਖ ਸਾਂਦ ਪੁੱਛਦੇ ਨੇ। ਬੈਠਾ ਰੇ ਕਹਿ ਸ੍ਰੀ ਜਗ ਸਾਈ ਜਗਤ ਦੇ ਮਾਲਕ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਸਾਰਿਆਂ ਨੂੰ ਸਤਿਕਾਰ ਦੇ ਸਹਿਤ ਬੈਠਾਇਆ ਹੈ ਘਰ ਦੇ ਵਿੱਚ। ਪ੍ਰੋਹਤ ਰਾਏ ਜੇ ਆਦ ਮੌਲਾਨਾ ਹਾਂਜੀ, ਪ੍ਰੋਹਤ ਰਾਏ ਤੇ ਇਤ ਆਦਿਕ ਮੌਲਾਨਾ ਜੀ ਜੋ ਹਾਂਜੀ ਤਾਂ ਪਰਲੋਕ ਸੋ ਨਰਨ ਬਖਾਨਾ ਲੋਕਾਂ ਨੇ ਆ ਕੇ ਦੱਸਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿ ਹਰਦਿਆਲ ਪ੍ਰੋਹਤ ਅਤੇ ਮੌਲਾਨਾ ਜੀ ਇਤ ਆਦਿਕ ਰਾਏ ਬੁਲਾਰ ਜੀ ਇਹ ਸਾਰੇ ਪਰਲੋਕ ਗਮਨ ਕਰ ਗਏ ਨੇ। ਸੁਨ ਸ੍ਰੀ ਨਾਨਕ ਬਚਨ ਉਚਾਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰੇ ਲੋਕਾਂ ਦੀਆਂ ਗੱਲਾਂ ਸੁਣ ਕੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਮਿਥਿਆ ਇਹ ਪਰਪੰਚ ਪਸਾਰਾ ਸਤਿਗੁਰੂ ਜੀ ਕਹਿਣ ਲੱਗੇ ਕਿ ਪਰਪੰਚ ਸੰਸਾਰ ਦਾ ਜਿਹੜਾ ਪਸਾਰਾ ਹੈ ਨਾ ਭਾਈ, ਇਹ ਸਾਰਾ ਮਿਥਿਆ ਹੈ, ਝੂਠਾ ਹੈ। ਜਿੰਨੀ ਕਿਸੇ ਦੀ ਉਮਰ ਲਿਖੀ ਹੋਈ ਹੈ ਨਾ ਓਨੀ ਭੋਗ ਕੇ ਤੇ ਹਰੇਕ ਜੀਵ ਨੇ ਇਹ ਜਗਤ ਦੇ ਉੱਪਰੋਂ ਚਲੇ ਜਾਣਾ ਹੈ, ਸਦਾ ਵਾਸਤੇ ਕਿਸੇ ਨੇ ਵੀ ਨਹੀਂ ਰਹਿਣਾ। ਬਿਨ ਸਜਾਤ ਇਹ ਬਾਰ ਨ ਲਾਗੈ ਤੋ ਸੰਸਾਰਕ ਪਦਾਰਥ ਨੇ ਜਿਹੜੇ ਜਾਂ ਤਨ ਨੇ ਜਿਹੜੇ ਸਰੀਰ ਨੇ ਇਹ ਬਿਨਸ ਜਾਂਦੇ ਨੇ, ਬਹੁਤਾ ਸਮਾਂ ਨਹੀਂ ਲੱਗਦਾ। ਜਾਂ ਤੇ ਸਤ ਨਾਮ ਅਨੁਰਾਗੈ ਇਸ ਕਰਕੇ ਭਾਈ ਸਾਰਾ ਜਗਤ ਨਾਸਵੰਤ ਹੈ, ਜੀਵ ਨੇ ਸਦਾ ਇਹ ਜਗਤ ਦੇ ਉੱਪਰ ਨਹੀਂ ਰਹਿਣਾ।
ਇਸ ਕਰਕੇ ਸਤਨਾਮ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਸੁਪਨ ਸਮਾਨ ਰਹਿਨ ਜਗ ਮਾਹੀ। ਇਹ ਜਗਤ ਦੇ ਉੱਪਰ ਰਹਿਣਾ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਰਾਤ ਨੂੰ ਸੁੱਤਿਆਂ ਹੋਇਆਂ ਸੁਪਨਾ ਦੇਖ ਲਈਦਾ ਹੈ ਨਾ, ਤੇ ਫਿਰ ਜਦੋਂ ਜਾਗ ਆਉਂਦੀ ਹੈ ਤੇ ਸੁਪਨੇ ਦੀ ਜਿਹੜੀ ਬਣਾਵਟ ਬਣੀ ਹੁੰਦੀ ਉਹ ਸਾਰੀ ਨਾਸ ਹੋ ਜਾਂਦੀ ਹੈ। ਇਸੇ ਹੀ ਤਰ੍ਹਾਂ ਜਗਤ ਹੈ ਨਾ ਜਿਹੜਾ, ਇਹ ਸੁਪਨੇ ਦੀ ਨਿਆਈ ਹੈ। ਤਜੈ ਮੋਹ ਇਸ ਥਿਰ ਕਛ ਨਾਹੀ। ਤੋ ਜਗਤ ਦਾ, ਜਗਤ ਦੇ ਪਦਾਰਥਾਂ ਦਾ, ਸੰਬੰਧੀਆਂ ਦਾ, ਧੀਆਂ ਪੁੱਤਰਾਂ ਦਾ, ਇਹ ਆਦਿਕ ਜਿਹੜਾ ਮੋਹ ਹੈ ਨਾ, ਇਹ ਛੱਡ ਦੇਣਾ ਚਾਹੀਦਾ ਹੈ। ਕੁਝ ਵੀ ਨਹੀਂ ਹੈ। ਜਦੋਂ ਜੀਵ ਜਗਤ ਦੇ ਉੱਪਰੋਂ ਤੁਰਨ ਲੱਗਾ ਫੇਰ ਹੱਥ ਮਲ ਮਲ ਕੇ ਪਛਤਾਵੇਗਾ ਕਿ ਮੈਂ ਸੰਸਾਰਕ ਸੰਬੰਧੀਆਂ ਦੇ, ਧਨ ਦੌਲਤ ਦੇ ਮੋਹ ਦੇ ਵਿੱਚ ਹੀ ਫਸਿਆ ਰਿਹਾ, ਪਰਮਾਤਮਾ ਦੀ ਬੰਦਗੀ ਨਾ ਕੀਤੀ। ਹੁਣ ਜੋ ਵੇਲਾ ਬੀਤ ਗਿਆ ਹੈ, ਹੁਣ ਪਛਤਾਏ ਤੋਂ ਕੁਝ ਵੀ ਨਹੀਂ ਬਣਨਾ। ਪਾਓ ਭਗਤ ਜਿਨ ਮਨ ਮਹਿ ਧਾਰੀ। ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹਿਰਦੇ ਦੇ ਵਿੱਚ ਧਾਰਨ ਕੀਤੀ ਆ, ਸੋ ਗਮਨੈ ਨਿਜ ਕਾਜ ਸਵਾਰੀ। ਉਹ ਆਪਣਾ ਮਨੁੱਖਾ ਜਨਮ ਰੂਪ ਜਿਹੜਾ ਕਾਰਜ ਹੈ ਨਾ, ਮਨੁੱਖਾ ਜਨਮ ਨੂੰ ਸਵਾਰਨ ਦਾ ਜਿਹੜਾ ਕਾਰਜ ਹੈ, ਉਹ ਸਵਾਰ ਕੇ ਤੁਰ ਪਵੇਗਾ ਇਹ ਜਗਤ ਦੇ ਉੱਪਰੋਂ, ਤੇ ਉਹਦਾ ਜਾਣਾ ਬੜਾ ਸੌਖਾ ਹੈ। ਸਦਨ ਬਿਖੈ ਨਰ ਮਿਲਨ ਜੋ ਆਏ। ਜਿਹੜੇ ਘਰ ਦੇ ਵਿੱਚ ਮਨੁੱਖ ਮਿਲਣ ਵਾਸਤੇ ਆਏ ਨੇ ਲੋਕ, ਧੰਨ ਧੰਨ ਸੁਨ ਬੈਨ ਅਲਾਏ। ਸਤਿਗੁਰੂ ਜੀ ਦੇ ਸੁਭਾਇਮਾਨ ਮੁਖਾਰਬਿੰਦ ਤੋਂ ਵੈਰਾਗਮਈ ਸ੍ਰੇਸ਼ਟ ਬਚਨ ਸੁਣ ਕੇ, ਉੱਚੇ ਸੁੱਚੇ ਬਚਨ ਸੁਣ ਕੇ, ਤੇ ਲੋਕ ਸਾਰੇ ਹੀ ਕਹਿੰਦੇ ਨੇ ਧੰਨ ਧੰਨ ਹਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਜੀ ਉਹ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਸਨ, ਜਿਵੇਂ ਪਾਦਾ ਜੀ ਤੇ ਹਰਦਿਆਲ ਪੰਡਤ ਅਤੇ ਕਾਜੀ ਮੌਲਾਨੇ ਇਤ ਆਦਿਕ ਨਗਰ ਦੇ ਵਿੱਚ ਜਿਹੜੇ ਵੱਡੀ ਉਮਰ ਦੇ ਜਿਹੜੇ ਰਾਏ ਬੁਲਾਰ ਵਰਗੇ ਮਨੁੱਖ ਸਨ, ਜਿਹੜੇ ਲੋਕਾਂ ਨੂੰ ਸਮਝਾਉਂਦੇ ਸਨ, ਉਹਨਾਂ ਨੇ ਵੀ ਆਪ ਜੀ ਦੇ ਪਾਸੋਂ ਉਪਦੇਸ਼ ਲਿਆ। ਆਪ ਜੀ ਦੇ ਚਰਨਾਂ ਦੇ ਉੱਪਰ ਢਹਿ ਕੇ ਉਪਦੇਸ਼ ਲੈ ਕੇ ਉਹਨਾਂ ਨੇ ਬੰਦਗੀ ਕੀਤੀ, ਉਹ ਵੀ ਆਪਣਾ ਉਧਾਰ ਕਰ ਗਏ ਨੇ। ਧੰਨ ਹਨ ਸਤਿਗੁਰੂ ਜੀ ਉਹ ਆਪ ਜੀ ਦੇ ਬਚਨ, ਤੇ ਧੰਨ ਹੈ ਤੁਹਾਡੀ ਕਮਾਈ। ਗਏ ਬਹੁਰ ਉਸਤਤ ਸਭ ਕਰਹੀ। ਸਾਰੇ ਲੋਕ ਉਸਤਤ ਕਰ ਕਰਕੇ ਤੇ ਸਾਰੇ ਆਪੋ ਆਪਣੇ ਘਰਾਂ ਵੱਲ ਨੂੰ ਚਲੇ ਗਏ ਨੇ। ਮਹਾਪੁਰਖ ਇਹ ਬਚਨ ਉਚਰਹੀ। ਕਹਿੰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਮਹਾਪੁਰਖ ਨੇ, ਐਸੇ ਸੁੰਦਰ ਬਚਨ ਉਚਾਰਨ ਕਰਦੇ ਨੇ। ਰਹਿਣ ਲੱਗੇ ਸ੍ਰੀ ਗੁਰ ਘਰ ਮਾਹੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚੋਜੀ ਪ੍ਰੀਤਮ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਰਹਿਣ ਲੱਗੇ ਨੇ। ਜਿਨ ਕੇ ਦਰਸ਼ਨ ਦੋਖ ਨਸਾਹੀ। ਜਿਨ੍ਹਾਂ ਦੇ ਦਰਸ਼ਨ ਕਰਕੇ ਬੱਜਰ ਪਾਪ ਨਾਸ ਹੁੰਦੇ ਨੇ, ਦੁੱਖ ਨਾਸ ਹੁੰਦੇ ਨੇ। ਸ੍ਰੀ ਅੰਗਦ ਗੁਰ ਮੁਝ ਪ੍ਰਤਿਭਾਖਾ। ਤੋ ਭਾਈ ਬਾਲਾ ਜੀ ਕਹਿੰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੈਨੂੰ ਇਹ ਬਚਨ ਕਹੇ। ਬਾਲੇ ਮਿਲ ਕੁਟੰਬ ਕਰ ਕਾਂਖਾ। ਤੋ ਭਾਈ ਬਾਲਾ ਜੀ ਕਹਿੰਦੇ ਨੇ ਕਿ ਮੈਂ ਵੀ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਰਿਹਾ ਹਾਂ, ਸਤਿਗੁਰੂ ਜੀ ਤੋਂ ਆਗਿਆ ਲੈ ਕੇ। ਮਿਲ ਕਰ ਤਿਨ ਤੂਰਨ ਚੱਲ ਆਈਓ। ਹਾਂਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਭਾਈ ਬਾਲਿਆ, ਤੂੰ ਵੀ ਆਪਣੇ ਪਰਿਵਾਰ ਨੂੰ ਮਿਲ ਲੈ, ਪਰ ਪਰਿਵਾਰ ਨੂੰ ਮਿਲ ਕੇ ਛੇਤੀ ਵਾਪਸ ਆ ਜਾਵੀਂ, ਪਰਿਵਾਰ ਦੇ ਮੋਹ ਦੇ ਵਿੱਚ ਨਾ ਫਸ ਜਾਵੀਂ। ਦੇਖੋ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਵਾਰ-ਵਾਰ ਕਹਿੰਦੇ ਨੇ ਕਿ ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਪਰਮਾਤਮਾ ਨੂੰ ਨਹੀਂ ਭੁਲਾਉਣਾ, ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ। ਭਾਈ ਬਾਲਾ ਜੀ ਨੂੰ ਕਹਿੰਦੇ ਕਿ ਕੁਟੰਬ ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਤੇ ਉੱਥੇ ਹੀ ਨਹੀਂ ਰਹਿ ਜਾਣਾ। ਮੋਹ ਪੰਕ ਤਿਨ ਜਿਨ ਫਸ ਜਈਓ। ਹਾਂਜੀ, ਮੋਹ ਦਾ ਜਿਹੜਾ ਚਿੱਕੜ ਹੈ ਨਾ, ਉਹਦੇ ਵਿੱਚ ਨਹੀਂ ਫਸਣਾ ਕਦੇ ਵਾਸਤੇ। ਬੇਦਨ ਕਮਲ ਵੰਸ ਕਰ ਹੰਸੂ। ਹਾਂਜੀ, ਬੇਦੀਆਂ ਦੇ ਕੁਲ ਦੇ, ਬੇਦੀ ਕੁਲ ਦੇ ਕਮਲ ਵਾਂਗੂ ਸਤਿਗੁਰੂ ਸ੍ਰੀ ਗੁਰੂ ਨਾਨਕ, ਬੇਦੀ ਕੁਲ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਬੇਦੀਆਂ ਦੀ ਕੁਲ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਜੀ ਕਮਲਵਤ ਰਹੇ ਨੇ। ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ, ਪਾਣੀ ਦੇ ਵਿੱਚ ਜੋ ਚਿੱਕੜ ਵੀ ਬਹੁਤਾ ਜ਼ਿਆਦਾ ਹੁੰਦਾ ਹੈ, ਪਰ ਫਿਰ ਵੀ ਕਮਲ ਫੁੱਲ ਉਹ ਚਿੱਕੜ ਵਾਲੇ ਪਾਣੀ ਤੋਂ ਉੱਚਾ ਉੱਠ ਕੇ ਰਹਿੰਦਾ ਹੈ। ਇਸੇ ਹੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਬੇਦੀ ਕੁਲ ਦੇ ਵਿੱਚ ਹੋਰ ਵੀ ਬੜੇ ਪੈਦਾ ਹੋਏ, ਪਰ ਉਹਨਾਂ ਨੇ ਸੰਸਾਰਕ ਧੰਦਿਆਂ ਦੇ ਵਿੱਚ ਲੱਗ ਕੇ
ਤੋਂ ਆਪਣਾ ਜੀਵਨ ਬਸਰ ਕੀਤਾ। ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਆਪ ਵੀ ਨਿਰਲੇਪ ਰਹੇ ਤੇ ਹੋਰ ਜਿਹੜੇ ਸਿੱਖ ਸਤਿਗੁਰੂ ਜੀ ਦੇ ਪਾਸ ਆਏ ਉਹਨਾਂ ਨੂੰ ਵੀ ਨਿਰਲੇਪ ਰਹਿਣ ਵਾਸਤੇ ਬਚਨ ਕੀਤੇ ਕਿ ਵਿੱਚੇ ਗ੍ਰਸਤ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਮੈਂ ਚੱਲੇਗਾ ਤਿਨ ਕਰ ਪ੍ਰਸੰਸੂ। ਭਾਈ ਬਾਲਾ ਜੀ ਕਹਿੰਦੇ ਨੇ ਕਿ ਮੈਂ ਸਤਿਗੁਰੂ ਜੀ ਦੀ ਆਗਿਆ ਲੈ ਕੇ ਤੇ ਸਤਿਗੁਰੂ ਜੀ ਦੀ ਪ੍ਰਸ਼ੰਸਾ ਕਰਕੇ, ਗੁਰੂ ਕੀ ਵਡਿਆਈ ਕਰਕੇ ਆਪਣੇ ਘਰ ਨੂੰ ਚਲਾ ਗਿਆ। ਨਿਜ ਕੁਟੰਬ ਮਿਲ ਮੋਦ ਬੜਾ ਕਰ। ਹਾਂਜੀ, ਆਪਣੇ ਪਰਿਵਾਰ ਨੂੰ ਮਿਲ ਕੇ ਤੇ ਬਹੁਤ ਜ਼ਿਆਦਾ ਖੁਸ਼ ਹੋਏ ਪਰਿਵਾਰ ਵਾਲੇ ਵੀ, ਤੇ ਮੈਂ ਵੀ ਖੁਸ਼ ਹੋਇਆ ਪਰਿਵਾਰ ਨੂੰ ਮਿਲ ਕੇ। ਆਵਤ ਭਾ ਟਿਗ ਕਰੁਣਾ ਕਰ। ਹਾਂਜੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੇ ਅਨੁਸਾਰ ਪਰਿਵਾਰ ਨੂੰ ਮਿਲ ਕੇ ਤੇ ਵਾਪਸ ਫੇਰ ਸਤਿਗੁਰੂ ਜੀ ਦੇ ਕੋਲ ਆ ਗਿਆ। ਦੋਹਰਾ ਸਿੰਘ ਬਾਹਨੀ ਮਾਤ ਜਗ ਅਸ਼ਟਭੁਜੀ ਖਲਕਾਲ। ਨਮਸਕਾਰ ਤਹਿ ਚਰਨ ਕੋ ਉਚਰੋ ਕਥਾ ਰਸਾਲ। ਹਾਂਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਦਾ ਜਿਹੜਾ ਪ੍ਰਸੰਗ ਹੈ ਇੱਥੇ ਸਮਾਪਤ ਹੋਇਆ। ਕੱਲ ਦੇ ਪ੍ਰਸੰਗ ਦੇ ਵਿੱਚ ਜਿਵੇਂ ਆਪਣੇ ਮਾਤਾ ਪਿਤਾ ਦੇ ਨਾਲ ਬਚਨ ਵਿਲਾਸ ਕਰਨਗੇ, ਉਹਨਾਂ ਨੂੰ ਜੋ ਉਪਦੇਸ਼ ਦੇਣਗੇ ਤੋ ਪਰਲੋਕ ਦਾ ਆਨੰਦ ਦਿਖਾਉਣਗੇ ਉਹਨਾਂ ਨੂੰ, ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀਓ ਕਿਰਪਾ ਕਰੋ। ਮੋਹ ਮਾਇਆ ਮਮਤਾ ਤੋਂ ਬਚਾ ਕੇ, ਸੰਸਾਰਕ ਝਮੇਲਿਆਂ ਤੋਂ ਬਚਾ ਕੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਦੀ ਦਾਤ ਬਖਸ਼ੋ ਜੀ। ਅਸੀਂ ਜੀਵਾਂ ਦੇ ਉੱਪਰ ਤਰਸ ਕਰੋ। ਕਿਸੇ ਵੀ ਤਰ੍ਹਾਂ ਸਾਡੀ ਸ੍ਰੇਸ਼ਟ ਕਰਨੀ ਨਹੀਂ ਹੈ, ਆਪ ਹੀ ਰਾਖੋ ਕਿਰਪਾ ਧਾਰ। ਤੇਰੀ ਸਰਨ ਤੇਰਾ ਦਰਬਾਰ, ਰੱਖ ਲੇਵਹੁ ਦੀਨ ਦਇਆਲ। ਭ੍ਰਮਤ ਬਹੁ ਹਾਰਿਆ, ਐਵੇਂ ਤਰਨਾ ਲੈਂਦੇ ਰਹੀਏ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੇ ਅਰ ਬਹੁਤ ਸੰਤਾਵਹਿ, ਆਇਓ ਸਰਨ ਤੁਹਾਰੇ। ਕਰ ਹਾਰਿਓ ਅਨਕ ਬਹੁ ਭਾਤੀ, ਛੋਡਹਿ ਕਤਹੂ ਨਾਹੀ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗਤ ਮਿਟ ਜਾਹੀ। ਹੇ ਸਤਿਗੁਰੂ ਜੀਓ, ਜੇ ਬਚਾ